ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਹਾਜ਼ਰ ਸਾਰਿਆਂ ਨੂੰ ਸਤਿਕਾਰ। ਮੈਂ ਧੰਨਵਾਦੀ ਹਾਂ ਭਾਈ ਵੀਰ ਸਿੰਘ ਸਾਹਿਤ ਸਦਨ ਦਾ, ਵਿਸ਼ੇਸ਼ਕਰ ਡਾਕਟਰ ਵੇਲ ਹੋਰਾਂ ਦਾ, ਜਿਨ੍ਹਾਂ ਦੇ ਕਾਰਨ ਕੁਝ ਨਵਾਂ ਪੜ੍ਹਨ ਤੇ ਸੋਚਣ ਦਾ ਮੌਕਾ ਬਣਿਆ। ਜਦੋਂ ਇਸ ਤਰ੍ਹਾਂ ਦਾ ਕੋਈ ਵੀ ਮੌਕਾ ਆਉਂਦਾ ਤਾਂ ਹਮੇਸ਼ਾ ਸੋਚ ਨੂੰ ਜੁੰਬਿਸ਼ ਮਿਲਦੀ ਆ। ਤੇ ਇੱਕ ਮੈਂ ਮੁਬਾਰਕ ਦੇਣੀ ਆ ਇਸ ਨਾਵਲ ਸੋਫੀਆ ਦੇ ਲੇਖਕ ਮਹਿੰਦਰਪਾਲ ਸਿੰਘ ਧਾਲੀਵਾਲ ਹੋਰਾਂ ਨੂੰ। ਉਹਨਾਂ ਦੇ ਹਵਾਲੇ ਅੱਜ ਕੁਝ ਗੰਭੀਰ ਤੇ ਸਾਰਥਿਕ ਵਿਚਾਰਾਂ ਦੇ ਉੱਭਰਨ ਦੀ ਆਸ ਕੀਤੀ ਜਾ ਸਕਦੀ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਇਸ ਨਾਵਲ ਨੂੰ ਪੜ੍ਹ ਰਿਹਾ ਸੀ ਤੇ ਉਸ ਤੋਂ ਪਹਿਲਾਂ ਅਤੇ ਇਸ ਦੇ ਨਾਲ ਨਾਲ ਅਨੀਤਾ ਆਨੰਦ ਦੀ ਕਿਤਾਬ ਪੜ੍ਹ ਰਿਹਾ ਸੀ ਤੇ ਅਨੀਤਾ ਆਨੰਦ ਦੀ ਇੰਟਰਵਿਊਜ਼ ਵੀ ਦੇਖ ਰਿਹਾ ਸੀ, ਤਾਂ ਨਾਲ ਇਹ ਗੱਲ ਪੱਕੀ ਆ ਕਿ ਕਿਸਾਨ ਅੰਦੋਲਨ ਵੀ ਨਾਲ ਚੱਲੀ ਜਾ ਰਿਹਾ ਸੀ। ਕਿ ਕਦੇ ਧਿਆਨ ਉੱਧਰ ਜਾਂਦਾ ਸੀ ਤੇ ਕਦੇ ਇੱਧਰ ਆਉਂਦਾ ਸੀ, ਤੇ ਇਹ ਵੀ ਕਦੇ ਫੀਲ ਹੁੰਦਾ ਸੀ ਕਿ ਸੋਫੀਆ ਦਲੀਪ ਸਿੰਘ ਬਾਰੇ ਗੱਲ ਕਰਦੇ ਆ ਮੈਂ ਕਈ ਕੁਝ ਉੱਧਰੋਂ ਜੋ ਚੱਲ ਰਿਹਾ ਉਹਨੂੰ ਜਾਣਨ ਤੋਂ ਬਿਰਬਾ ਰਹਿ ਜਾਊਂਗਾ। ਪਰ ਇੱਕ ਗੱਲ ਹੋਰ ਵੀ ਨਾਲ ਮਹਿਸੂਸ ਹੋਈ ਕਿ ਕਿਵੇਂ ਚੀਜ਼ਾਂ ਜੁੜ ਜਾਂਦੀਆਂ ਨੇ, ਕਿ ਜਿਹੜੀ ਵਿਆਖਿਆ ਮੈਂ ਕਰੂੰਗਾ ਜਾਂ ਜਿਹੜੀਆਂ ਗੱਲਾਂ ਮੈਨੂੰ ਸਮਝ ਆਈਆਂ ਉਹ ਅੱਜ ਤੋਂ ਟੁੱਟੀਆਂ ਹੋਈਆਂ ਨਹੀਂ ਹੈਗੀਆਂ। ਅੱਜ ਜੋ ਚੱਲ ਰਿਹਾ ਉਹਦੇ ਨਾਲ ਹੀ ਜੁੜ ਕੇ ਮੇਰੀਆਂ ਗੱਲਾਂ ਤੁਹਾਡੇ ਸਾਹਮਣੇ ਪੇਸ਼ ਹੋਣਗੀਆਂ। ਇੱਕ ਗੱਲ ਸਭ ਤੋਂ ਪਹਿਲਾਂ ਮੈਂ ਹੋਰ ਇਹ ਕਰਨੀ ਹੈ ਕਿ ਜਦੋਂ ਮੈਂ ਅਨੀਤਾ ਆਨੰਦ ਨੂੰ ਸੁਣ ਰਿਹਾ ਸੀ, ਬਹੁਤ ਹੀ ਖੂਬਸੂਰਤ ਕਿਤਾਬ ਆ ਉਸਦੀ, ਤੇ ਉਹ ਜਦੋਂ ਉਹਨੂੰ ਉਚਾਰਨ ਕਰਦੀ ਹੈ ਸੋਫੀਆ ਦਾ, ਤਾਂ ਸਫਾਇਰ ਕਹਿੰਦੀ ਆ ਉਹਨੂੰ। ਤੇ ਮੈਂ ਸੋਚਦਾ ਰਿਹਾ ਕਿ ਇਸ ਨਾਂ ਦਾ ਉਚਾਰਨ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ। ਫਿਰ ਮੈਂ ਕਦੇ ਉਹਨੂੰ ਸਫਰਜੈਟ ਨਾਲ ਜੋੜਾਂ, ਫਿਰ ਉਹਦੀ ਕਿਤਾਬ ਦੇ ਵਿੱਚੋਂ ਮੈਨੂੰ ਸਮਝ ਆਇਆ ਕਿ ਜਿਸ ਦੌਰ ਦੇ ਵਿੱਚ ਉਹ ਜਿਉਂਦੀ ਸੀ, ਉਸ ਦੌਰ ਦੇ ਵਿੱਚ ਸੋਫੀਆ ਦਾ ਉਚਾਰਨ ਕਿ ਉੱਥੇ ਵਾਵਲ ਸਟ੍ਰੈਚ ਕਰਕੇ ਬੋਲੇ ਜਾਂਦੇ ਸੀ ਤੇ ਸਫਾਇਰ ਹੀ ਕੀਤਾ ਜਾਂਦਾ ਸੀ। ਤਾਂ ਇੱਕ ਮੈਨੂੰ ਵੱਖਰੀ ਜਿਹੀ ਗੱਲ ਲੱਗੀ, ਮੈਂ ਸੋਚਿਆ ਤੁਹਾਡੇ ਨਾਲ ਵੀ ਇਹ ਗੱਲ ਸ਼ੇਅਰ ਕਰ ਲਵਾਂ ਕਿ ਜਦੋਂ ਗੱਲਾਂ ਬਾਤਾਂ ਦੇ ਵਿੱਚ ਇਹਦਾ ਨਾਂ ਲਿਆ ਜਾਂਦਾ ਤਾਂ ਲਿਖਿਆ ਤਾਂ ਸੋਫੀਆ ਹੀ ਜਾਂਦਾ ਤੇ ਪਰ ਉਚਾਰਨ ਸਫਾਇਰ ਕੀਤਾ ਜਾਂਦਾ। ਤੇ ਜਿਵੇਂ ਕਿ ਇਸ ਨਾਵਲ ਦੀ ਕਹਾਣੀ ਸ਼ੁਰੂ ਹੁੰਦੀ ਆ ਤੇ ਜਿਹੜਾ ਅਨੀਤਾ ਆਨੰਦ ਨੇ ਨਾਵਲ ਲਿਖਿਆ ਉਹਦੀ ਵੀ ਕਹਾਣੀ ਸ਼ੁਰੂ ਹੁੰਦੀ ਆ, ਉਹ ਮਹਾਰਾਜਾ ਦਲੀਪ ਸਿੰਘ ਤੋਂ ਸ਼ੁਰੂ ਹੁੰਦੀ ਆ। ਤੇ ਮੈਨੂੰ ਨਿੱਜੀ ਤੌਰ ਤੇ ਦਲੀਪ ਸਿੰਘ ਦੀ ਕਥਾ ਹਮੇਸ਼ਾ ਖਿੱਚਦੀ ਰਹੀ ਆ। ਤੇ ਡਾਕਟਰ ਮਹਿੰਦਰ ਸਿੰਘ ਹੋਰਾਂ ਨੇ ਇਸ ਡਿਸਕਸ਼ਨ ਦੀ ਇੱਕ ਟੋਨ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਮੇਰੇ ਨਾਲ ਚੱਲੂਗੀ। ਪਰ ਮੈਂ ਇਹ ਸੋਚਦਾ ਕਿ ਆਪਾਂ ਫੈਸਲੇ ਦੇਣ ਤੋਂ ਪਹਿਲਾਂ ਜਾਂ ਫੈਸਲੇ ਕਰਨ ਤੋਂ ਪਹਿਲਾਂ ਉਹਦੇ ਨਾਲ ਸਮਝ ਕੀ ਸਕਦੇ ਆ, ਉਹਦੀ ਜ਼ਿੰਦਗੀ ਨਾਲ, ਉਹ ਜ਼ਿਆਦਾ ਇੰਪੋਰਟੈਂਟ ਆ। ਇਹ ਕਿੰਨਾ ਵੱਲੀ ਗੱਲ ਆ ਕਿ ਦੁਨੀਆ ਦੀ ਇੱਕ ਵੱਡੀ ਸਲਤਨਤ ਦਾ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ ਤੇ ਉਹਦੇ ਪੁੱਤਰ ਨਾਲ ਤੇ ਖਾਲਸੇ ਰਾਜ ਨਾਲ ਇੰਜ ਬੀਤ ਸਕਦੀ ਆ, ਇਹ ਖਿਆਲ ਹੀ ਜਿਹੜੀਆਂ ਸਾਡੀ ਸਥਾਪਿਤ ਸਮਝ ਆ ਉਹਨੂੰ ਪ੍ਰਸ਼ਨਾਂ ਹੇਠ ਲੈ ਆਉਂਦਾ। ਇਹ ਕਥਾ ਜਿਹੜੀ ਆ ਜੀਵਨ ਦੀ ਡਾਢੀ ਵਿਡੰਬਨਾ ਨੂੰ ਪੇਸ਼ ਕਰਦੀ ਆ, ਦਲੀਪ ਸਿੰਘ ਦੀ, ਉਹਦੇ ਪਰਿਵਾਰ ਦੀ, ਜਾਂ ਜਿਹੜਾ ਰਾਜ ਜਿਸ ਤਰ੍ਹਾਂ ਗਿਆ। ਤੇ ਇਹ ਵੀ ਵਿਡੰਬਨਾ ਹੀ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਜਿਹੜਾ ਉਹ 2 ਪੀੜ੍ਹੀਆਂ ਤੋਂ ਬਾਅਦ ਖਤਮ ਹੋ ਜਾਂਦਾ। ਕਿ ਦਲੀਪ ਸਿੰਘ ਦੇ 6 ਬੱਚੇ ਪਹਿਲੀ ਮਹਾਰਾਣੀ ਤੋਂ ਸੀ, 2 ਦੂਸਰੀ ਔਰਤ ਤੋਂ ਸੀ, ਤੇ 8 ਦਾ ਅੱਗੋਂ ਕੋਈ ਬੱਚਾ ਨਹੀਂ ਹੁੰਦਾ ਹੈਗਾ। ਤੇ ਜਿਹੜਾ ਐਡਾ ਵੱਡਾ ਵੰਸ਼ ਸੀ ਉਹ 2 ਪੀੜ੍ਹੀਆਂ ਦੇ ਵਿੱਚ ਹੀ ਖਤਮ ਹੋ ਗਿਆ। ਦਲੀਪ ਸਿੰਘ ਤੇ ਉਹਨਾਂ ਦੇ ਪਰਿਵਾਰ ਨਾਲ ਜੋ ਹੋਇਆ ਜਾਂ ਜਿਵੇਂ ਸਾਡੇ ਤੱਕ ਪਹੁੰਚਿਆ ਜਾਂ ਹੁਣ ਪਹੁੰਚ ਰਿਹਾ ਅਲੱਗ-ਅਲੱਗ ਕਥਾਵਾਂ ਦੇ ਜ਼ਰੀਏ, ਫਿਲਮਾਂ ਦੇ ਜ਼ਰੀਏ, ਉਸ ਵਿੱਚ ਮਾਨਵੀ ਜ਼ਿੰਦਗੀ ਦੇ ਗਹਿਰੇ ਰਾਜ਼ ਲੁਪਤ ਨੇ। ਇਹ ਇੱਕ ਸਮੇਂ ਇੱਕ ਵਿਅਕਤੀ ਅਤੇ ਉਸਦੇ ਔਲਾਦ ਨੂੰ ਪਏ ਘਾਟਿਆਂ, ਉਹਨਾਂ ਨਾਲ ਹੋਏ ਧੱਕਿਆਂ ਦੀ, ਉਹਨਾਂ ਦੇ ਸ਼ਖਸੀਅਤ ਦੇ ਵਿਗਾੜਾਂ ਦੀ ਕਥਾ। ਪਰ ਇੱਕ ਸਮੇਂ ਤੋਂ ਬਾਅਦ ਇਹ ਜ਼ਿੰਦਗੀ ਦੇ ਅਸਲੋਂ ਵਿਲੱਖਣ ਅਤੇ ਸੂਖਮ ਸਰੋਕਾਰਾਂ ਨੂੰ ਚਿੰਨ੍ਹਿਤ ਕਰਦੀ ਆ। ਬੰਦੇ ਦਾ ਹੋਣਾ ਕੀ ਹੁੰਦਾ, ਬੰਦਾ ਕੀ ਹੋ ਸਕਦਾ, ਕੀ ਬਣ ਜਾਂਦਾ, ਕਿਵੇਂ ਬਣ ਜਾਂਦਾ, ਇਸ ਨੂੰ ਸਮਝਣ ਲਈ ਦਲੀਪ ਸਿੰਘ ਦੀ ਕਥਾ ਤੋਂ ਵਧੇਰੇ ਕੁਛ ਨਜ਼ਰ ਅਹਿਮ ਨਹੀਂ ਆਉਂਦਾ ਹੈਗਾ। ਇਹ ਕਹਾਣੀ ਮਨੁੱਖ ਦੇ ਆਪਣੀ ਧਰਤੀ, ਆਪਣੇ ਧਰਮ ਅਤੇ ਆਪਣੇ ਸੱਭਿਆਚਾਰ ਨਾਲ ਸੰਬੰਧਾਂ ਦੀ ਜਟਲਤਾ ਅਤੇ ਅਹਿਮੀਅਤ ਦਾ ਪ੍ਰਗਟਾਵਾ ਵੀ ਆ। ਇਸ ਵਿੱਚ ਭਾਵਨਾਵਾਂ ਦੀ ਤੀਬਰਤਾ, ਅਹਿਸਾਸਾਂ ਦੀ ਗਹਿਰਾਈ ਆ। ਤੇ ਸਿੱਖਾਂ ਲਈ ਤਾਂ ਇਸ ਦੇ ਮਾਅਨੇ ਹੋਰ ਵੀ ਗਹਿਰਾਈ ਵਾਲੇ ਹਨ। ਸਿੱਖ ਰਾਜ ਦੇ ਹੋਣ ਅਤੇ ਫਿਰ ਗੁਆਚ ਜਾਣ ਦਾ ਖਿਆਲ ਇਸ ਕਥਾ ਦੇ ਹਵਾਲੇ ਨਾਲ ਮੁੜ ਕੇ ਸਿੱਖਾਂ ਦੇ ਸਾਹਮਣੇ ਆਉਂਦਾ ਰਹਿੰਦਾ। ਤੇ ਸ਼ਾਇਦ ਇਸੇ ਕਰਕੇ, ਇਸ ਦੀ ਗਹਿਰਾਈ ਕਰਕੇ, ਜੋ ਵਾਪਰਿਆ ਉਸ ਦੀ ਤੀਬਰਤਾ ਕਰਕੇ, ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਯਾਦ ਆ ਉਹ ਅਲੱਗ-ਅਲੱਗ ਕਥਾਵਾਂ ਜ਼ਰੀਏ ਹੁਣ ਜਿਹੜੀ ਸਮੂਹਕ ਮੈਮਰੀ ਆ ਜਾਂ ਕਲਚਰ ਮੈਮਰੀ ਆ ਉਹਦਾ ਹਿੱਸਾ ਬਣ ਰਹੀ ਹੈ। ਕਿਉਂਕਿ ਹਿੱਸਾ ਬਣ ਰਹੀ ਹੈ ਮੈਮਰੀ ਦਾ, ਇਸ ਕਰਕੇ ਸਾਡੀ ਆਇਡੈਂਟੀਟੀ ਨੂੰ, ਸਮਕਾਲੀ ਆਇਡੈਂਟੀਟੀ ਨੂੰ ਘੜਨ ਦੇ ਵਿੱਚ ਰੋਲ ਅਦਾ ਕਰ ਰਹੀ ਹੈ। ਅਸੀਂ ਕੀ ਸੀ, ਕੀ ਗੁਆ ਲਿਆ, ਹੁਣ ਕਿੱਥੇ ਹਾਂ,
ਇਹ ਸਵਾਲ ਦਲੀਪ ਸਿੰਘ ਹੋਰਾਂ ਦੀ ਜ਼ਿੰਦਗੀ ਦੇ ਹਵਾਲੇ ਨਾਲ ਸਾਡੇ ਅੰਗ ਸੰਗ ਵਿਚਰਦੇ ਨੇ। ਤੇ ਇੱਕ ਗੱਲ ਹੋਰ ਕਿ ਦਲੀਪ ਸਿੰਘ ਦੀ ਕਹਾਣੀ ਪ੍ਰਵਾਸ ਅਤੇ ਮੂਲ ਵਾਸਤੇ ਸੰਬੰਧਾਂ ਦੇ ਮਾਮਲੇ ਵਿੱਚ ਵੀ ਇੱਕ ਸ਼ਕਤੀਸ਼ਾਲੀ ਕਥਾ, ਇੱਕ ਅੰਤਰਦ੍ਰਿਸ਼ਟੀ ਆ, ਇੱਕ ਪ੍ਰਤੀਕਾਤਮਕਤਾ। ਇਹ ਬੰਦੇ ਦੀ ਆਪਣੀ ਧਰਤੀ ਨਾਲ, ਆਪਣੇ ਵਿਰਸੇ ਨਾਲ ਸਾਂਝ ਦੀ ਤਾਕਤ ਨੂੰ ਚਿੰਨ੍ਹਿਤ ਕਰਦੀ ਆ। ਇਹ ਪ੍ਰਵਾਸੀ ਹੋਣ ਦੇ ਦੌਰਾਨ ਆਪਣੀ ਧਰਤੀ ਤੋਂ ਦੂਰ ਹੋਣ ਦੇ ਕਾਰਨ ਉਪਜਦੀ ਪੀੜਾ ਨੂੰ ਵੀ ਚਿੰਨ੍ਹਿਤ ਕਰਦੀ ਹੈ। ਇਹ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਣ ਦੀ ਵੇਦਨਾ ਅਤੇ ਫਿਰ ਜੁੜ ਜਾਣ ਦੀ ਜਾਂ ਜੁੜਨ ਦੀ ਖੁਆਹਿਸ਼ ਦੀ ਸੰਵੇਦਨਾ ਦਾ ਵਰਤਾਂਤ ਹੈ। ਤੇ ਖਾਸ ਤੌਰ ਤੇ ਜਿਹੜੀ ਪੀੜ੍ਹੀ ਸਾਡੀ ਬਾਹਰ ਨੌਜਵਾਨ ਜਿਹੜੀ ਥਰਡ ਜਨਰੇਸ਼ਨ ਆ, ਉਹਦੀ ਤਾਂ ਦਲੀਪ ਸਿੰਘ ਨਾਲ ਹੋਰ ਵੀ ਗਹਿਰੀ ਸਾਂਝ ਬਣਦੀ ਆ। ਇਹ ਜਿਹੜੀ ਸਾਂਝ ਆ, ਇਹ ਉਸ ਜਿਹੜੀ ਕਦੀਮੀ ਸਾਂਝ ਆ ਪ੍ਰਵਾਸੀ ਬੰਦੇ ਦੇ ਅੰਦਰ, ਜਿਹੜੀ ਭਾਵਨਾ ਕਿ ਉਹਦਾ ਕੁਝ ਗੁਆਚ ਗਿਆ ਜਦੋਂ ਆਪਣੇ ਮੂਲ ਵਾਸ ਤੋਂ ਦੂਰ ਜਾਂਦਾ, ਉਹ ਜਿਹੜੀ ਭਾਵਨਾ ਨੂੰ ਹੋਰ ਵੀ ਸ਼ਿੱਦਤੀ ਬਣਾ ਦਿੰਦੀ ਆ। ਪ੍ਰਵਾਸੀ ਸਿੱਖ ਗੱਭਰੂਆਂ ਦੇ ਅੰਦਰ ਦਲੀਪ ਸਿੰਘ ਦੇ ਹਵਾਲੇ ਇਸ ਅਹਿਸਾਸ ਦਾ ਉੱਭਰਨਾ ਕੁਦਰਤੀ ਹੈ ਕਿ ਉਹਨਾਂ ਕੋਲ ਕੁਝ ਬਹੁਤ ਸ਼ਾਨਦਾਰ ਸੀ ਜਿਸ ਨੂੰ ਉਹਨਾਂ ਗਵਾ ਲਿਆ ਹੈ, ਅਤੇ ਕੁਝ ਅਜਿਹਾ ਸ਼ਾਨਦਾਰ ਹਲੇ ਵੀ ਹੈ ਜਿਸ ਤੋਂ ਦੂਰ ਬੈਠੇ ਹਨ। ਦਲੀਪ ਸਿੰਘ ਅਤੇ ਉਸਦੇ ਪਰਿਵਾਰ ਦੀ ਕਥਾ ਗੁੰਮ ਗਵਾਚ ਗਏ ਨੂੰ ਤਲਾਸ਼ਣ ਅਤੇ ਫਿਰ ਪ੍ਰਾਪਤ ਕਰਨ ਦੀ ਤਾਂਘ ਦੀ ਕਥਾ ਹੈ। ਇਸੇ ਇਹੀ ਇੱਕ ਕਾਰਨ ਕਿਹਾ ਜਾ ਸਕਦਾ ਕਿ ਦਲੀਪ ਸਿੰਘ ਜਾਂ ਸੋਫੀਆ ਤੇ ਜਿੰਨਾ ਕੰਮ ਹੋਇਆ, ਉਹ ਇੱਧਰਲੇ ਪੰਜਾਬ ਜਾਂ ਇੱਧਰਲੇ ਭਾਰਤ ਤੋਂ ਜ਼ਿਆਦਾ, ਬਲਕਿ ਕਾਫੀ ਜ਼ਿਆਦਾ ਜਿਹੜੇ ਪ੍ਰਵਾਸ ਜਾਂ ਪ੍ਰਵਾਸੀਆਂ ਨੇ, ਪ੍ਰਵਾਸ ਵਿੱਚ ਰਹਿਣ ਵਾਲੇ ਲੋਕਾਂ ਨੇ ਕੀਤਾ, ਜਿੰਨੀਆਂ ਵੈਬਸਾਈਟਸ ਨੇ, ਜਿੰਨੀ ਉਹ ਸਰਚ ਕਰ ਰਹੇ ਨੇ, ਉਹਨਾਂ ਵਿੱਚ ਉਹਨਾਂ ਦਾ ਹੀ ਯੋਗਦਾਨ ਆ। ਇੱਕ ਕਾਰਨ ਇਹ ਵੀ ਹੋ ਸਕਦਾ ਕਿ ਘਟਨਾ ਉੱਥੇ ਘਟੀ, ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਆਪਣੀ ਆਇਡੈਂਟੀਟੀ ਨੂੰ ਉਹਦੇ ਨਾਲ ਜੋੜ ਕੇ ਦੇਖਦੇ ਨੇ। ਤੇ ਮਹਾਰਾਜਾ ਦਲੀਪ ਸਿੰਘ ਤੋਂ ਗਾਂਹ ਜਦੋਂ ਅਸੀਂ ਉਹਦੀ ਔਲਾਦ ਦੀ ਕਹਾਣੀ ਦੇਖਦੇ ਹਾਂ, ਤਾਂ ਉਹ ਤਾਂ ਹੋਰ ਵੀ ਪ੍ਰਵਾਸੀ ਹੋਣ ਦੇ ਮਾਮਲੇ 'ਚ ਇੰਪੋਰਟੈਂਟ ਹੋ ਜਾਂਦੀ ਆ। ਜਿਸ ਦੇਸ਼ ਵਿੱਚ ਉਹ ਪੈਦਾ ਹੋਏ, ਵੱਡੇ ਹੋਏ, ਜਿਸ ਦੀ ਭਾਸ਼ਾ ਨੂੰ, ਜਿਸ ਦੇ ਸੱਭਿਆਚਾਰ ਨੂੰ ਉਹਨਾਂ ਆਪਣਾ ਸਮਝਿਆ, ਉਹੀ ਇੱਕ ਮੌਕੇ ਜਾ ਕੇ ਆਪਣਾ ਨਹੀਂ ਨਿਕਲਦਾ ਹੈਗਾ। ਉਸ ਵਿੱਚ ਲਗਾਤਾਰ ਕੁਝ ਅਜਿਹਾ ਮੌਜੂਦ ਰਹਿੰਦਾ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਅਹਿਸਾਸ ਕਰਾਉਂਦਾ ਰਹਿੰਦਾ ਕਿ ਉਹ ਇੱਥੋਂ ਦੇ ਵਸਣ ਵਾਲੇ ਮੂਲ ਲੋਕਾਂ ਤੋਂ ਵੱਖਰੇ ਨੇ। ਇਸ ਭੂਮਿਕਾ ਦੇ ਹਵਾਲੇ ਨਾਲ ਜਿਹੜਾ ਡਾਕਟਰ ਵੇਲ ਹੋਰਾਂ ਨੇ ਮੁੱਦਾ ਉਠਾਇਆ ਸੀ ਕਿ ਜਦੋਂ ਤੁਸੀਂ ਇੱਕ ਤੁਹਾਡੇ ਕੋਲ ਇਤਿਹਾਸ ਪ੍ਰਾਪਤ ਆ ਤੇ ਤੁਸੀਂ ਉਸ ਨੂੰ ਬਿਰਤਾਂਤ ਦੇ ਵਿੱਚ ਢਾਲਣਾ, ਤੁਸੀਂ ਉਸ ਨੂੰ ਨਾਵਲ ਦੇ ਵਿੱਚ ਢਾਲਣਾ ਜਾਂ ਕਿਸੇ ਹੋਰ ਬਿਰਤਾਂਤ ਦੀ ਫਾਰਮ ਦੇ ਵਿੱਚ ਢਾਲਣਾ, ਤਾਂ ਤੁਹਾਨੂੰ ਕਿਹੜੀਆਂ ਤੁਹਾਡੇ ਮੁਸ਼ਕਲਾਂ ਸਾਹਮਣੇ ਹੁੰਦੀਆਂ ਨੇ, ਕਿਹੜੀਆਂ ਗੱਲਾਂ ਤੁਹਾਡੇ ਲਈ ਮਾਣੇ-ਖੇਜ਼ ਹੁੰਦੀਆਂ ਨੇ। ਤੇ ਦਲੀਪ ਸਿੰਘ ਤੇ ਉਹਦੇ ਬੱਚਿਆਂ ਦੀ ਕਥਾ ਇਸ ਤਰ੍ਹਾਂ ਦੀ ਸੀ ਜਿਹੜੀ ਬਹੁਤ ਲੰਮਾ ਸਮਾਂ ਲੁਕੀ ਛਿਪੀ ਰਹੀ। ਜਿਹੜਾ ਧਾਵਕ ਜਾਂ ਜਿਹਦਾ ਦਬਦਬਾ ਸੀ ਜਿਸ ਇਤਿਹਾਸਕ ਤੌਰ ਦਾ, ਉਸਨੇ ਉਸ ਨੂੰ ਜ਼ੁਬਾਨ ਨਾ ਦਿੱਤੀ, ਤੇ ਜਿਹੜੀਆਂ ਧਿਰਾਂ ਨੂੰ ਦਬਾ ਦਿੱਤਾ ਗਿਆ ਸਮੇਂ ਦੀ ਤੌਰ ਦੇ ਵਿੱਚ, ਉਹਨਾਂ ਨੂੰ ਜ਼ੁਬਾਨ ਦੇਣੀ ਆਪਦੇ ਆਪ 'ਚ ਇੱਕ ਮੁਕੱਦਸ ਕਾਰਜ ਹੁੰਦਾ। ਪਰ ਇਸ ਵਿੱਚ ਬਹੁਤ ਚੁਣੌਤੀਆਂ ਵੀ ਹੁੰਦੀਆਂ ਨੇ। ਜਦੋਂ ਖਾਮੋਸ਼ ਕੀਤੀਆਂ ਤੇ ਬੀਤ ਚੁੱਕੀਆਂ ਧਿਰਾਂ ਨਾਲ ਕੁਝ ਵੀ ਗਲਤ ਅਸੀਂ ਜੋੜ ਦਈਏ, ਕਲਪਨਾ ਦੇ ਅੰਸ਼ ਕੁਛ ਇਸ ਤਰ੍ਹਾਂ ਦੇ ਜੋੜੀਏ ਤਾਂ ਬੇਇਨਸਾਫੀ ਦੀ ਸੰਭਾਵਨਾ ਵੀ ਬਹੁਤ ਹੁੰਦੀ ਹੈ। ਇੱਕ ਨਿੱਕੀ ਜਿਹੀ ਅਣਗਹਿਲੀ ਜਾਂ ਕਥਾ ਦੀ ਕਮਜ਼ੋਰੀ, ਜਿਹੜਾ ਪਹਿਲਾਂ ਹੀ ਦਬਾਇਆ ਗਿਆ ਸੀ, ਜਿਹਦੀ ਪਹਿਲਾਂ ਹੀ ਗੱਲ ਨਹੀਂ ਹੋਈ ਸੀ, ਉਹਦੇ ਨਾਲ ਹੋਰ ਧੱਕੇਸ਼ਾਹੀ ਹੋ ਜਾਂਦੀ ਹੈ। ਕਿਸੇ ਦੀ ਥਾਂ ਜਾਂ ਕਿਸੇ ਦਾ ਬੋਲ ਬਣ ਸਕਣਾ ਆਸਾਨ ਨਹੀਂ ਹੁੰਦਾ। ਉਹਦਾ ਕਾਰਨ ਇਹ ਆ ਕਿ ਤੁਹਾਡਾ ਆਪਣਾ ਬੋਲ ਦੀ ਜਿਹੜੀ ਸਹਿਜ ਤੇ ਕੁਦਰਤੀ ਸਰਦਾਰੀ ਆ, ਉਹਦੇ ਵਿੱਚ ਦਖਲ ਅੰਦਾਜ਼ ਹੁੰਦੀ ਰਹਿੰਦੀ ਆ, ਤੇ ਤੁਸੀਂ ਆਪਣੀ ਆਵਾਜ਼ ਨੂੰ ਖਾਮੋਸ਼ ਕਰਨਾ ਹੁੰਦਾ ਤੇ ਉਹਨੂੰ ਬੋਲਣ ਵੀ ਦੇਣਾ ਹੁੰਦਾ, ਕਿਉਂਕਿ ਉਹਦੇ ਰਾਹੀਂ ਹੀ ਜਿਹੜੀ ਕਥਾ ਨੇ ਉਹ ਸਰੂਪ ਧਾਰਨਾ ਹੁੰਦਾ। ਤਾਂ ਆਪਦੇ ਆਪ ਨੂੰ ਖਾਮੋਸ਼ ਕਰਨਾ ਬਹੁਤ ਜ਼ਰੂਰੀ ਆ। ਇਸ ਤੋਂ ਬਿਨਾਂ ਬੇਸ਼ੱਕ ਜਿਹੜੇ ਪ੍ਰਾਪਤ ਤੱਥ ਹੁੰਦੇ ਆ ਜਾਂ ਜਿਹੜੇ ਵੇਰਵੇ ਹੁੰਦੇ ਆ, ਇਤਿਹਾਸਕ ਵੇਰਵੇ ਹੁੰਦੇ ਆ, ਉਹ ਇੰਪੋਰਟੈਂਟ ਹੁੰਦੇ ਆ। ਨਾਵਲਕਾਰ ਨੇ ਆਪ ਵੀ ਖੋਜੀ ਬਣਨਾ ਹੁੰਦਾ ਜੇ ਉਹਨੇ ਇਤਿਹਾਸ ਦੇ ਉੱਪਰ ਨਾਵਲ ਲਿਖਣਾ, ਬਲਕਿ ਉਹ ਪਹਿਲੇ ਪੜਾਅ ਦੇ ਉੱਪਰ ਇੱਕ ਇਤਿਹਾਸਕਾਰ ਦੀ ਭੂਮਿਕਾ ਦੇ ਵਿੱਚ ਹੀ ਹੁੰਦਾ। ਪਰ ਨਾਵਲਕਾਰ ਦਾ ਕੰਮ ਇਤਿਹਾਸਕਾਰ ਜਾਂ ਤੱਥਾਂ ਨੂੰ ਇਕੱਤਰ ਕਰਨ ਤੱਕ ਸੀਮਿਤ ਨਹੀਂ ਹੁੰਦਾ। ਉਹਨੇ ਉਹਨਾਂ ਵੇਰਵਿਆਂ ਨੂੰ, ਤੱਥਾਂ ਨੂੰ ਬਹੁਤ ਗਹਿਰੇ ਅਹਿਸਾਸਾਂ ਤੇ ਭਾਵਨਾਵਾਂ ਦੇ ਆਰ-ਪਾਰ ਵਿਉਂਤਣਾ ਹੁੰਦਾ ਤੇ ਉਹਨਾਂ ਨੂੰ ਸਦੀਵੀ ਮਾਨਵੀ ਮਸਲਿਆਂ ਦੇ ਨਾਲ ਜੋੜ ਕੇ ਕੁਝ ਰਹੱਸਾਤਮਕ, ਕੁਝ ਗਹਿਰਾ ਜ਼ਿੰਦਗੀ ਬਾਬਤ ਦੇਣਾ ਹੁੰਦਾ ਹੈ। ਕੋਈ ਘਟਨਾ ਆਪਣੇ ਆਪ ਵਿੱਚ ਮਹੱਤਵਪੂਰਨ ਹੋ ਸਕਦੀ ਹੈ, ਪਰ ਉਸ ਦੀ ਅਸਲ ਮਹੱਤਤਾ ਜਦੋਂ ਜੀਵਨ ਦੇ ਕਿਸੇ ਵਡੇਰੇ ਸੰਦਰਭ ਨਾਲ ਜੁੜਦੀ ਹੈ, ਉਦੋਂ ਹੀ ਸਾਹਮਣੇ ਆਉਂਦੀ ਹੈ। ਤੇ ਉਹੀ ਕਥਾਕਾਰੀ ਕਮਾਲ ਹੁੰਦੀ ਹੈ ਜਿਹੜੀ ਪਾਰਕਾਲੀ ਹੁੰਦੀ ਹੈ, ਜਿਹੜੀ ਅੱਜ ਵੀ ਅਹਿਮ ਲੱਗੇ,
ਕੱਲ ਵੀ ਅਹਿਮ ਲੱਗੇ ਤੇ ਆਉਣ ਵਾਲੇ ਬਹੁਤ ਸਾਲਾਂ ਤੋਂ ਬਾਅਦ ਵੀ ਅਹਿਮ ਲੱਗੇ। ਜੇ ਕਿਸੇ ਕਥਾਕਾਰੀ ਨੇ ਪਾਰਕਾਲੀ ਹੋਣਾ ਤਾਂ ਇਹ ਲਾਜ਼ਮੀ ਆ ਕਿ ਉਸਨੂੰ ਜਿਹੜੇ ਜੀਵਨ ਦੇ ਪਾਰਕਾਲੀ ਸਰੋਕਾਰ ਨੇ ਉਹਨਾਂ ਨਾਲ ਨਾਤੇਦਾਰੀ ਪਾਉਣੀ ਪਵੇਗੀ। ਇਹ ਇੱਕ ਬਹੁਤ ਇੰਪੋਰਟੈਂਟ ਆ। ਕੱਲੀਆਂ ਘਟਨਾਵਾਂ ਨਾਲ ਜਿਹੜੀ ਕਥਾ ਉਹ ਪਾਰਕਾਲੀ ਨਹੀਂ ਹੋ ਸਕਦੀ ਹੈਗੀ। ਇਸ ਤੋਂ ਬਿਨਾਂ ਕਥਾਕਾਰ ਨੇ, ਨਾਵਲਕਾਰ ਨੇ, ਬਿਰਤਾਂਤਕਾਰ ਨੇ ਉਹਨਾਂ ਖਾਮੋਸ਼ੀਆਂ ਨੂੰ ਵੀ ਭਰਨਾ ਹੁੰਦਾ ਜਿਹੜੀਆਂ ਇਤਿਹਾਸਕ ਤੱਥਾਂ ਅਤੇ ਵੇਰਵਿਆਂ ਦੇ ਵਿੱਚ ਪਈਆਂ ਹੁੰਦੀਆਂ ਨੇ, ਜਿਹੜੀਆਂ ਖਾਲੀ ਰਹਿ ਜਾਂਦੀਆਂ ਨੇ, ਜਿਹੜੀਆਂ ਖਾਸ ਤੌਰ ਤੇ ਜਿਹੜੇ ਇਮੋਸ਼ਨਸ ਹੁੰਦੇ ਇਸ ਮੌਕੇ ਤੇ ਇਸਨੇ ਕਿਵੇਂ ਬਿਹੇਵ ਕੀਤਾ ਹੋਊਗਾ ਉਹਨਾਂ ਨੂੰ ਆਪਣੀ ਕਲਪਨਾ ਨਾਲ ਪੇਸ਼ ਕਰਨਾ ਹੁੰਦਾ ਤੇ ਉਹਨਾਂ ਨੂੰ ਜਿਉਂਦੇ ਕਰ ਦੇਣਾ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਪ੍ਰਤੀਤ ਹੋਵੇ ਕਿ ਤੁਹਾਡੇ ਸਾਹਮਣੇ ਜਿਹੜੇ ਆ ਉਹ ਤੁਰੇ ਫਿਰਦੇ ਨੇ। ਤੇ ਇਸ ਤੋਂ ਬਿਨਾਂ ਇੱਕ ਹੋਰ ਗੱਲ ਵੀ, ਜਿਵੇਂ ਡਾਕਟਰ ਮਹਿੰਦਰ ਸਿੰਘ ਹੋਰਾਂ ਨੇ ਇਸ਼ਾਰਾ ਕੀਤਾ ਸੀ, ਕਿ ਜਦੋਂ ਤੁਸੀਂ ਇਤਿਹਾਸਕ ਸਰੋਤਾਂ ਨੂੰ ਆਧਾਰ ਬਣਾ ਕੇ ਨਾਵਲਕਾਰੀ ਕਰਦੇ ਹੋ, ਬਿਰਤਾਂਤ ਲਿਖਦੇ ਹੋ, ਤਾਂ ਇਹ ਵੀ ਮੁੱਦਾ ਹੋ ਜਾਂਦਾ ਕਿ ਤੁਸੀਂ ਕਿਹੜੇ ਸਰੋਤ ਵਰਤੇ, ਕਿੱਥੋਂ ਮਦਦ ਲਈ, ਤੇ ਉਹਨਾਂ ਸਰੋਤਾਂ ਨੂੰ ਤੁਸੀਂ ਕਿਵੇਂ ਐਕਨੋਲਜ ਕੀਤਾ, ਕਿਵੇਂ ਰੈਕਗਨਾਈਜ਼ ਕੀਤਾ। ਜਿਵੇਂ ਮੈਂ ਅਨੀਤਾ ਆਨੰਦ ਦੀ ਕਿਤਾਬ ਦੇਖ ਰਿਹਾ ਸੀ ਕਿ ਉਹਨੇ 85 ਕਿਤਾਬਾਂ ਦਾ ਪਿੱਛੇ ਰੈਫਰੈਂਸ ਦਿੱਤਾ ਹੋਇਆ ਤੇ ਹਰੇਕ ਕਾਂਡ ਦਾ ਪਿੱਛੇ ਜਿਹੜੇ ਹਵਾਲੇ ਨੇ ਉਹ ਦਿੱਤੇ ਗਏ ਨੇ। ਅਸੀਂ ਬਾਅਦ ਚ ਐਂਡ ਦੇ ਵਿੱਚ ਮੈਂ ਟਿੱਪਣੀ ਕਰੂੰਗਾ ਕਿ ਇਹ ਨਾਵਲ ਇਸ ਪੱਖੋਂ ਕਿਸ ਤਰੀਕੇ ਦਾ। ਤੇ ਜਦੋਂ ਇਤਿਹਾਸ ਨੂੰ ਕਥਾਕਾਰੀ ਵਿੱਚ ਢਾਲਣਾ, ਉਹਦਾ ਇੱਕ ਨਾਤਾ ਸਮਕਾਲ ਨਾਲ ਹੁੰਦਾ। ਕੋਈ ਵੀ ਬਿਰਤਾਂਤਕਾਰੀ ਸਮਕਾਲ ਨੂੰ ਸੰਬੋਧਿਤ ਹੋਏ ਬਿਨਾਂ ਨਹੀਂ ਰਹਿ ਸਕਦੀ ਹੈਗੀ। ਇਸ ਕਰਕੇ ਜਦੋਂ ਨਾਵਲਕਾਰ ਨੇ ਬੀਤੇ ਨੂੰ ਜ਼ੁਬਾਨ ਦੇਣੀ ਆ ਤਾਂ ਉਹਦੇ ਸਾਹਮਣੇ ਸਮਕਾਲ ਹੋਣਾ ਚਾਹੀਦਾ ਕਿ ਇਸ ਨਾਲ ਸਮਕਾਲ ਚੰਗਾ ਬਣੂਗਾ ਜਾਂ ਨਹੀਂ, ਸਮਕਾਲ ਹੋਰ ਸਮਰੱਥ ਹੋਊਗਾ ਜਾਂ ਉਸ ਨੂੰ ਪਛਾਣ ਖਿੱਚ ਦਊਗਾ। ਤਾਂ ਉਸਨੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੁੰਦਾ ਕਿ ਸਮਕਾਲ ਨਾਲ ਕਿਸ ਤਰ੍ਹਾਂ ਦਾ ਨਾਤਾ ਬਣਦਾ। ਤੇ ਇੱਕ ਗੱਲ ਇਹ ਕਿ ਜਦੋਂ ਇਤਿਹਾਸ ਨੂੰ ਸਮਕਾਲ ਵਿੱਚ ਕਥਾਕਾਰੀ ਦੇ ਵਿੱਚ ਪੇਸ਼ ਕਰਨਾ, ਤਾਂ ਜਿਸ ਵਿਧਾ ਦੇ ਵਿੱਚ, ਜਿਸ ਜੌਨਰ ਦੇ ਵਿੱਚ ਪੇਸ਼ ਕੀਤਾ ਜਾਣਾ, ਉਹਦੀਆਂ ਸਮਰੱਥਾਵਾਂ ਤੇ ਸੀਮਾਵਾਂ ਦਾ ਵੀ ਧਿਆਨ ਰੱਖਣਾ ਪੈਂਦਾ। ਕਿ ਮਿਸਾਲ ਵਜੋਂ ਕਿ ਤੁਸੀਂ ਜੇ ਦਲੀਪ ਸਿੰਘ ਦੀ ਕਥਾ ਬਲੈਕ ਪ੍ਰਿੰਸ ਦੇ ਵਿੱਚ ਪੇਸ਼ ਹੋ ਰਹੀ ਆ ਤੇ ਇਹਦੇ ਮੁਕਾਬਲੇ ਕਿਸੇ ਦੂਸਰੇ ਨਾਵਲ ਚ ਪੇਸ਼ ਹੋ ਰਹੀ ਹੈ, ਤੁਸੀਂ ਫਿਲਮ ਤੋਂ ਉਹ ਆਸ ਨਹੀਂ ਰੱਖ ਸਕਦੇ ਕਿ ਬਿਲਕੁਲ ਨਾਵਲ ਵਰਗੀ ਪੇਸ਼ਕਾਰੀ ਕਰੇ, ਜਾਂ ਨਾਵਲ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਫਿਲਮ ਵਰਗੀ ਪੇਸ਼ ਕਰੇ। ਤੇ ਪਰ ਕਿਸੇ ਵਿਧਾ ਵਿਸ਼ੇਸ਼ ਦੀਆਂ ਜਿੰਨੀਆਂ ਸਮਰੱਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਉਸਨੇ ਹੰਡਾਉਣਾ ਹੁੰਦਾ, ਉਹਨਾਂ ਨੂੰ ਯੂਜ਼ ਕਰਨਾ ਹੁੰਦਾ। ਤੇ ਕੀ ਇਹ ਨਾਵਲ ਜਿਹੜਾ ਸਾਡੇ ਅੱਜ ਵਿਚਾਰ ਚਰਚਾ ਦਾ ਕੇਂਦਰ ਆ, ਕੀ ਇਹ ਪੂਰਾ ਕਰ ਸਕਿਆ, ਉਹਨਾਂ ਸਮਰੱਥਾਵਾਂ ਨੂੰ ਹੰਢਾ ਸਕਿਆ, ਇਹਦੇ ਬਾਰੇ ਵੀ ਆਪਾਂ ਅੰਤ ਦੇ ਵਿੱਚ ਇੱਕ ਟਿੱਪਣੀ ਕਰਾਂਗੇ। ਤਾਂ ਇਹ ਉਹ ਕੁਝ ਪਹਿਲੂ ਸੀ ਜਦੋਂ ਅਸੀਂ ਇਤਿਹਾਸ ਨੂੰ ਬਿਰਤਾਂਤ ਦੇ ਵਿੱਚ ਢਾਲਣਾ ਉਹ ਇੰਪੋਰਟੈਂਟ ਬਣਦੇ ਨੇ। ਜਦੋਂ ਜਿੰਨੀ ਮੈਂ ਹੁਣ ਅਗਲੀ ਗੱਲ ਕਰਨੀ ਤੇ ਮੈਂ ਪਹਿਲਾਂ ਹੀ ਸਪਸ਼ਟ ਕਰਦਾ ਕਿ ਮੇਰੀ ਸਾਰੀ ਚਰਚਾ ਕੇਵਲ ਇੱਕ ਜਿਹੜੀ ਮਹਿੰਦਰਪਾਲ ਸਿੰਘ ਧਾਲੀਵਾਲ ਹੋਰਾਂ ਦਾ ਨਾਵਲ ਆ ਉਹਦੇ ਤੇ ਕੇਂਦਰਿਤ ਨਹੀਂ ਹੈਗੀ। ਮੈਂ ਹਟ ਨਹੀਂ ਸਕਿਆ ਹੈਗਾ ਕਿ ਮੇਰੇ ਨਾਲ ਜਿਹੜੀ ਅਨੀਤਾ ਆਨੰਦ ਦੀ ਕਿਤਾਬ ਆ ਸੋਫੀਆ, ਜਿਹਦਾ ਸਿਰਲੇਖ ਹੈ ਕਿ ਸੋਫੀਆ ਪ੍ਰਿੰਸੈਸ ਸਫਰਜੈਟ ਰੈਵੋਲੂਸ਼ਨਰੀ, ਕਿ ਉਹਨੂੰ ਮੈਂ ਪਰੇ ਕਰ ਦੇਵਾਂ ਕਿਉਂਕਿ ਉਹਦੇ ਵਿੱਚ ਇੰਨੀ ਜਾਣਕਾਰੀ ਜ਼ਿਆਦਾ ਤੇ ਉਹ ਅਹਿਸਾਸਾਂ ਤੇ ਭਾਵਨਾਵਾਂ ਦੇ ਨਾਲ ਆ ਕਿ ਉਹਨੂੰ ਨਾਲ ਲੈ ਕੇ ਤੁਰਨਾ ਹੀ ਪਊਗਾ, ਬਲਕਿ ਉਹਦਾ ਨਾਲ ਤੁਰਨਾ ਇੱਕ ਤੁਲਨਾਤਮਕ ਸੰਦਰਭ ਵੀ ਬਣਾ ਦਿੰਦਾ ਇਸ ਨਾਵਲ ਨੂੰ, ਸੋਫੀਆ ਨਾਵਲ ਨੂੰ ਸਮਝਣ ਦਾ। ਤਾਂ ਸੋਫੀਆ ਦੀ ਗੱਲ ਮਹਾਰਾਜਾ ਦਲੀਪ ਸਿੰਘ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦੀ ਹੈਗੀ। ਇਸੇ ਕਰਕੇ ਦੋਵੇਂ ਪੁਸਤਕਾਂ ਜਿਹੜੀਆਂ ਨੇ ਉਹਨਾਂ ਦਾ ਆਰੰਭ ਜਿਹੜਾ ਉਹ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨੂੰ ਬਿਆਨਣ ਨਾਲ ਹੁੰਦਾ। ਕੁਝ ਜੀਵਨ ਦੇ ਵੇਰਵੇ ਜਿਹੜੇ ਬਿਲਕੁਲ ਅਵੱਲੇ ਨੇ, ਜਿਨ੍ਹਾਂ ਤੋਂ ਇਹ ਸਮਝ ਸਕਦੇ ਆ ਕਿ ਫਿਰ ਉਹ 25 ਸਾਲ ਦੀ ਉਮਰ ਦੇ ਵਿੱਚ ਕਿਉਂ ਨਾ ਸੁਧਰਿਆ, ਫਿਰ ਉਹ ਇੰਨਾ ਆਯਾਸ਼ ਕਿਉਂ ਸੀ। ਕਿ ਅਸੀਂ ਉਹਨਾਂ ਪਿਛੋਕੜ ਨੂੰ ਅਖੋਲੇ ਨਹੀਂ ਕਰ ਸਕਦੇ। ਕਿ ਇਹਦਾ ਮਹਾਰਾਜਾ ਦਾ ਜਨਮ ਦਲੀਪ ਸਿੰਘ ਹੋਰਾਂ ਦਾ ਆਪਾਂ ਨੂੰ ਪਤਾ ਕਿ 1838 ਦੀ 6 ਸਤੰਬਰ ਨੂੰ ਹੋਇਆ ਸੀ ਤੇ ਹਲੇ 9 ਮਹੀਨੇ ਤੇ 21 ਦਿਨ ਦਾ ਸੀ ਜਦੋਂ ਪਿਤਾ ਮਹਾਰਾਜਾ ਰਣਜੀਤ ਸਿੰਘ ਗੁਜ਼ਰ ਜਾਂਦਾ ਤੇ 5 ਸਾਲ ਦੀ ਉਮਰ ਵਿੱਚ ਉਹ ਦੁਨੀਆ ਦੇ ਇੱਕ ਉਸ ਵੇਲੇ ਦੇ ਸਭ ਤੋਂ ਸ਼ਕਤੀਸ਼ਾਲੀ ਰਾਜ ਦਾ ਮਹਾਰਾਜਾ ਬਣਦਾ। ਤੇ ਉਦੋਂ 7 ਸਾਲ ਦਾ ਉਮਰ ਸੀ ਉਸਦੀ, ਜਦੋਂ ਉਸਨੂੰ ਆਪਣੇ ਮਾਮੇ ਜਵਾਹਰ ਸਿੰਘ ਦਾ ਕਤਲ ਤੇ ਆਪਣੀ ਮਾਂ ਦਾ ਬੇਤਹਾਸ਼ਾ ਬਰਲਾਪ ਆਪਣੀਆਂ ਅੱਖਾਂ ਸਾਹਮਣੇ ਦੇਖਣਾ ਪੈਂਦਾ, ਉਸਨੂੰ ਮਹਿਸੂਸ ਕਰਨਾ ਪੈਂਦਾ। ਅਨੀਤਾ ਆਨੰਦ ਲਿਖਦੀ ਆ ਉਸ ਵੇਲੇ ਨੂੰ, ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਉਹ ਕਹਿੰਦੀ ਹੈ ਕਿ spattered in his uncle's blood, 7-year-old Dalip, who had been sitting on Jawahar Singh's lap, saw every brutal blow. The screams of his mother ripped through the air and mingled with his own. Memories from that day would haunt Maharaja Dalip Singh for the rest of his life.
17 ਨੰਬਰ ਪੰਨੇ ਤੇ ਇਹ ਜ਼ਿਕਰ ਕਰਦੀ ਆ। ਤੇ ਮਹਾਰਾਜਾ ਦਲੀਪ ਸਿੰਘ ਉਦੋਂ ਮਸਾਂ 9 ਸਾਲਾਂ ਦਾ ਸੀ ਜਦੋਂ ਉਸਨੂੰ ਮਹਾਰਾਣੀ ਜਿੰਦਾਂ ਤੋਂ, ਉਹਦੀ ਮਾਂ ਤੋਂ ਜੁਦਾ ਕਰ ਦਿੱਤਾ ਜਾਂਦਾ ਤੇ 10 ਸਾਲ ਦੀ ਉਮਰ ਵਿੱਚ ਉਸਨੂੰ ਉਸਦੇ ਘਰ ਤੇ ਉਸਦੀ ਜੰਮਣ ਭੋਏ ਲਾਹੌਰ ਤੋਂ ਦੂਰ ਕਰ ਦਿੱਤਾ ਜਾਂਦਾ। 14 ਸਾਲ ਦੀ ਉਮਰ ਵਿੱਚ ਧਰਮ ਤਬਦੀਲੀ ਉਪਰੰਤ ਉਹ ਈਸਾਈ ਬਣ ਜਾਂਦਾ ਤੇ ਉਦੋਂ 15 ਸਾਲਾਂ ਦਾ ਸੀ ਜਦੋਂ ਉਸ ਨੂੰ ਆਪਣੇ ਮੁਲਕ ਤੋਂ ਦੂਰ ਬਗਾਨੀ ਧਰਤੀ ਤੇ ਜਾਣਾ ਪੈਂਦਾ, ਜਿੱਥੇ ਨਾ ਆਪਣੇ ਲੋਕ ਸਨ, ਨਾ ਆਪਣਾ ਸੱਭਿਆਚਾਰ, ਨਾ ਆਪਣਾ ਧਰਮ, ਨਾ ਆਪਣੀ ਭਾਸ਼ਾ। ਮੌਸਮ ਵੀ ਅਸਲੋਂ ਵੱਖਰਾ, ਨਿਰੀ ਠੰਡ। ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਮਹਾਰਾਜ ਨੇ ਉੱਥੇ ਕਿਵੇਂ ਆਪਣੇ ਆਪ ਨੂੰ ਵਸਾਇਆ ਹੋਵੇਗਾ, ਕਿਵੇਂ ਦੂਜਿਆਂ ਵਿੱਚ ਆਪਣੇ ਆਪ ਨੂੰ ਪ੍ਰਵਾਨ ਚੜਾਇਆ ਹੋਵੇਗਾ। ਬੇਵਸੀ ਇੰਨੀ ਕਿ ਇੱਕ ਵਾਰ ਪੰਜਾਬ ਤੋਂ ਵਿਛੜਨ ਤੋਂ ਬਾਵਜੂਦ ਸਾਰੀਆਂ ਕੋਸ਼ਿਸ਼ਾਂ ਦੇ ਉਸਨੂੰ ਮੁੜ ਪੰਜਾਬ ਆਉਣਾ ਕਦੇ ਨਸੀਬ ਨਾ ਹੋਇਆ। 2 ਵਾਰ ਉਹ ਇੰਡੀਆ ਜ਼ਰੂਰ ਆਇਆ। ਇੱਕ ਵਾਰ ਕਲਕੱਤੇ ਜਦੋਂ ਆਪਣੀ ਮਾਂ ਨੂੰ ਮਿਲਣ ਆਇਆ ਤੇ ਦੂਸਰੀ ਵਾਰ ਜਦੋਂ ਮਹਾਰਾਣੀ ਜਿੰਦਾਂ ਦਾ ਉਹ ਸੰਸਕਾਰ ਕਰਨ ਆਇਆ, ਪੰਜਾਬ ਕਰਨਾ ਚਾਹੁੰਦਾ ਸੀ, ਉਹਦੀ ਆਗਿਆ ਨਾ ਮਿਲੀ ਤੇ ਉਹਨੇ ਨਾਸਿਕ 16 ਫਰਵਰੀ 1864 ਨੂੰ ਆਪਣੀ ਮਾਂ ਦਾ ਸੰਸਕਾਰ ਕੀਤਾ। ਤੇ ਇਹ ਕਿੰਨੀ ਟ੍ਰੈਜਡੀ ਆ ਕਿ ਆਪਾਂ ਦੇਖੀਏ ਕਿ ਭਾਰਤ ਆਇਆ ਹੋਏ ਤੇ ਆਪਣੇ ਘਰ ਆਪਣੀ ਗਵਾ ਚੁੱਕੀ ਸਲਤਨਤ ਨੂੰ ਦੇਖ ਨਾ ਸਕਦਾ ਹੋਵੇ, ਇਹ ਅੰਦਾਜ਼ਾ ਲਾਇਆ ਜਾ ਸਕਦਾ। ਤੇ ਮਹਾਰਾਜੇ ਦੀ ਉਮਰ ਉਦੋਂ ਦਲੀਪ ਸਿੰਘ ਹੋਰਾਂ ਦੀ ਮਸਾਂ 25 ਸਾਲ ਦੀ ਸੀ ਜਦੋਂ ਪਹਿਲਾਂ ਮਹਾਰਾਣੀ ਜਿੰਦਾ ਗੁਜ਼ਰ ਗਈ ਤੇ ਫਿਰ 2 ਮਹੀਨਿਆਂ ਬਾਅਦ ਹੀ ਲੋਗਨ ਜਿਹੜਾ ਨੇ ਪਾਲਿਆ ਸੀ ਉਹ ਗੁਜ਼ਰ ਗਏ। ਤੇ ਸਾਨੂੰ ਪਤਾ ਕਿ ਉਹ ਲੋਗਨ ਦਾ ਬਹੁਤ ਪਿਆਰ ਕਰਦੇ ਸੀ, ਇੱਕ ਨਿੱਘਾ ਰਿਸ਼ਤਾ ਸੀ ਤੇ ਉਦੋਂ ਉਦਾਸੀ ਇੱਕ ਵਾਰ ਫੇਰ ਉਹਨੂੰ ਘੇਰ ਲੈਂਦੀ ਆ। ਦਲੀਪ ਸਿੰਘ ਦੇ ਸਮਾਨਾਂਤਰ ਮਹਾਰਾਣੀ ਜਿੰਦਾ ਦੀ ਕੋਈ ਤਰਾਸਦੀ ਵੀ ਘੱਟ ਨਹੀਂ ਸੀ। ਇੱਕ ਸ਼ਕਤੀਸ਼ਾਲੀ ਸਲਤਨਤ ਉਹ ਬਹੁਤ ਛੇਤੀ ਗਵਾ ਲੈਂਦੀ ਆ। ਉਹਦਾ ਬਹੁਤ ਛੋਟੀ ਏਜ ਸੀ ਜਦੋਂ ਪਤੀ ਗੁਜ਼ਰ ਜਾਂਦਾ। ਫਿਰ 8 ਸਾਲਾਂ ਦਾ ਉਹਦਾ ਇਕਲੌਤਾ ਲੜਕਾ ਸੀ, ਉਹ ਖੋਹ ਲਿਆ ਜਾਂਦਾ, ਨਾਲ ਹੀ ਰਾਜ ਚਲਿਆ ਜਾਂਦਾ, ਕੈਦ ਕਰ ਲਈ ਜਾਂਦੀ ਆ ਤੇ ਫਿਰ ਦਾਸੀ ਦੀ ਹਾਲਤ ਵਿੱਚ ਜੇਲ੍ਹ ਤੋਂ ਭੱਜ ਔਖੇ ਰਸਤਿਆਂ ਤੇ ਮੁਸ਼ਕਲਾਂ ਚੋਂ ਗੁਜ਼ਰਦੀ ਨੇਪਾਲ ਦੇ ਰਾਜੇ ਕੋਲ ਸ਼ਰਨ ਲੈਂਦੀ ਆ। ਉਹ ਵੀ ਕੋਈ ਵਧੀਆ ਬੰਦਾ ਨਹੀਂ ਸੀ ਤੇ ਇਸ ਕਰਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਨੇ ਵੀ ਉੱਥੇ ਕੋਈ ਚੰਗੇ ਦਿਨ ਨਹੀਂ ਗੁਜ਼ਾਰੇ ਸੀ ਤੇ ਅੱਖਾਂ ਦੀ ਜੋਤ ਲਗਭਗ ਚਲੀ ਜਾਂਦੀ ਆ। ਇਸੇ ਕਰਕੇ ਉਹ ਫਿਲਮ ਦੇ ਵਿੱਚ ਬਹੁਤ ਸੋਹਣਾ ਬਲੈਕ ਪ੍ਰਿੰਸ ਦੇ ਵਿੱਚ ਇੱਕ ਸੰਵਾਦ ਆ ਜਦੋਂ ਪਹਿਲੀ ਵਾਰ ਉਹਨੂੰ ਦਲੀਪ ਸਿੰਘ ਮਿਲਣ ਆਉਂਦਾ ਤੇ ਉਹ ਕਹਿੰਦੀ ਹੈ ਕਿ ਤੇਰੇ ਇੰਤਜ਼ਾਰ ਵਿੱਚ ਮੇਰੀ ਨਜ਼ਰ ਫਰੇਬ ਕਰ ਗਈ, ਕਿੰਨਾ ਹੀ ਪਾਣੀ ਬਹਿ ਗਿਆ, ਹੁਣ ਮੈਂ ਤੈਨੂੰ ਚੰਗੀ ਤਰ੍ਹਾਂ ਵੇਖ ਵੀ ਨਹੀਂ ਸਕਦੀ। ਕਿ ਇਹੀ ਆਰਟ ਦੀ ਤਾਕਤ ਆ ਕਿ ਉਸ ਪਲ ਨੂੰ ਜਿੰਦਾ ਕਰ ਦੇਣਾ, ਉਸਦੀ ਗਹਿਰਾਈ ਨੂੰ ਜਿਉਂਦਾ ਕਰ ਦੇਣਾ। ਕਿ ਉਹਨਾਂ ਨੇ ਕਿਵੇਂ ਪਹਿਲੀ ਵਾਰ ਮਾਂ ਪੁੱਤ ਨੇ ਆਪਣੇ ਆਪ ਨੂੰ ਇੰਨੇ ਸਾਲਾਂ ਬਾਅਦ ਫੇਸ ਕੀਤਾ ਸੀ। ਤੇ ਮਹਾਰਾਣੀ ਜਿੰਦਾ ਜਦੋਂ ਕਿਹਾ ਜਾਂਦਾ ਕਿ ਉਹਦੇ ਸਿਰ ਤੇ ਹੱਥ ਫੇਰਦੀ ਆ ਤਾਂ ਉਹਨੂੰ ਹੋਰ ਵੀ ਤਕਲੀਫ ਹੁੰਦੀ ਹੈ ਕਿ ਇਹਦੇ ਵਾਲ ਨਹੀਂ ਹੈਗੇ ਤੇ ਮਹਿੰਦਰਪਾਲ ਸਿੰਘ ਧਾਲੀਵਾਲ ਉਹਨੂੰ ਉਸ ਅਹਿਸਾਸ ਨੂੰ, ਉਸ ਪਲ ਨੂੰ ਇਸ ਤਰ੍ਹਾਂ ਜ਼ੁਬਾਨ ਦਿੰਦੇ ਨੇ ਤੇ ਮਹਾਰਾਣੀ ਜਿੰਦਾ ਦੇ ਮੂੰਹੋਂ ਅਖਵਾਉਂਦੇ ਨੇ ਕਿ ਆਹ ਕੀ ਤੂੰ ਵਾਲ ਕਟਵਾ ਦਿੱਤੇ, ਸਿੱਖੀ ਨੂੰ ਲਾਜ ਲਗਾ ਦਿੱਤੀ ਹੈ, ਮੈਂ ਰਾਜ ਭਾਗ ਗਵਾ ਲਿਆ, ਪਤੀ ਦੀ ਮੌਤ ਦਾ ਗਮ ਸਹਾਰ ਲਿਆ, ਪੁੱਤ ਦਾ ਸਾਲਾਂ ਦਾ ਵਿਛੋੜਾ ਜਰ ਲਿਆ, ਪਰ ਆ ਤੇਰੇ ਕੇਸਾਂ ਦਾ ਕਤਲ ਮੇਰੇ ਕੋਲੋਂ ਜਰ ਨਹੀਂ ਹੋਣਾ। ਮਹਾਰਾਣੀ ਭਾਵਨਾਵਾਂ ਦੇ ਬੋਝ ਹੇਠ ਕੰਬ ਰਹੀ ਸੀ ਤੇ ਮਹਾਰਾਣੀ ਜਿੰਦਾ ਸਿਰਫ 46 ਸਾਲ ਦੀ ਉਮਰ ਸੀ ਜਦੋਂ ਉਹਦੀ ਬਗਾਨੀ ਧਰਤੀ ਤੇ ਲੰਦਨ ਵਿੱਚ ਜਿਹੜੀ ਆ ਉਹ ਮੌਤ ਹੋ ਜਾਂਦੀ ਆ। ਤੇ ਅਨੀਤਾ ਆਨੰਦ ਉਹਦੇ ਅੰਤਲੇ ਸਮੇਂ ਬਾਰੇ ਲਿਖਦੀ ਆ ਕਿ on 1 August 1863 she died at her home in London. Though she looked decades older, she was only 46-year-old. ਤੇ ਅਸਲ ਦੇ ਵਿੱਚ ਇਹ ਮਹਾਰਾਣੀ ਜਿੰਦਾ ਨੂੰ ਮਿਲਣਾ ਹੀ ਸੀ ਕਿ ਮਹਾਰਾਜਾ ਦਲੀਪ ਸਿੰਘ ਦੇ ਅੰਦਰ, ਨਹੀਂ ਤਾਂ ਉਹ ਐਸ਼ ਪ੍ਰਸਤ ਸੀ ਪੂਰਾ, ਕਿ ਉਹਨੂੰ ਆਪਣੀ ਹੋਂਦ ਦਾ, ਆਪਣੀ ਪਛਾਣ ਦਾ, ਆਪਣੇ ਵਿਰਸੇ ਦਾ ਅਹਿਸਾਸ ਹੁੰਦਾ ਕਿ ਉਹ ਕੌਣ ਸੀ ਤੇ ਕਿੱਡੀ ਵੱਡੀ ਸਲਤਨਤ ਦਾ ਮਹਾਰਾਜਾ ਸੀ। ਤੇ ਉਹੀ ਉਹਨੂੰ ਜਿਹੜੀ ਕੋਹੇ-ਨੂਰ ਦੀ ਜਿਹੜੀ ਦਾਸਤਾਂ ਉਹ ਸੁਣਾਉਂਦੀ ਆ। ਤੇ ਦਲੀਪ ਸਿੰਘ ਦੀ ਮਾਨਸਿਕਤਾ ਨੂੰ ਨਾਵਲਕਾਰ ਕਿ ਉਹ ਕਿਸ ਤਰ੍ਹਾਂ ਦਾ ਸੀ ਕਿ ਜਿੱਥੇ ਕਲਾ ਅਸਰਅੰਦਾਜ਼ ਹੁੰਦੀ ਆ, ਕਿ ਉਹਨੂੰ ਸੁਪਨਿਆਂ ਦੇ ਵਿੱਚ ਆਪਦੀ ਮਾਂ ਚੇਤੇ ਆਉਂਦੀ ਆ। ਇਹਦਾ ਕੋਈ ਇਤਿਹਾਸਕ ਵੇਰਵਾ ਨਹੀਂ, ਪਰ ਕਥਾਕਾਰ ਉਸ ਨੂੰ ਇਸ ਤਰ੍ਹਾਂ ਜਵਾਬ ਦਿੰਦਾ ਕਿ ਉਹਦੇ ਅੰਦਰੋਂ ਮਿਟੀ ਨਹੀਂ ਹੋਣੀ ਮੈਮਰੀ ਆਪਣੀ ਮਾਂ ਦੀ। ਦਲੀਪ ਸਿੰਘ ਧਾਲੀਵਾਲ ਹੋਰੀ ਲਿਖਦੇ ਆ ਕਿ ਮਹਾਰਾਜਾ ਦਲੀਪ ਸਿੰਘ ਰਾਤ ਨੂੰ ਸੁੱਤਾ ਪਿਆ ਸੀ, ਉਸਨੂੰ ਲੱਗਿਆ ਜਿਵੇਂ ਉਸਦੀ ਮਾਂ ਮਹਾਰਾਣੀ ਜਿੰਦਾ ਉਸਦੇ ਸਿਰ ਤੇ ਹੱਥ ਫੇਰ ਰਹੀ ਹੋਵੇ ਤੇ ਉਸਦੇ ਮੱਥੇ ਨੂੰ ਚੁੰਮਿਆ ਹੋਵੇ। ਪਲਾਂ ਵਿੱਚ ਮਹਾਰਾਜੇ ਨੂੰ ਜਾਗ ਆ ਗਈ। ਇਹ ਤਾਂ ਸੰਭਵ ਹੀ ਨਹੀਂ ਹੋ ਸਕਦਾ। ਮਹਾਰਾਣੀ ਜਿੰਦਾ ਤਾਂ ਅੰਗਰੇਜ਼ਾਂ ਦੀ ਕੈਦ ਵਿੱਚ ਸੀ। ਮਹਾਰਾਜਾ ਦਲੀਪ ਸਿੰਘ ਰਾਣੀ ਵਿਕਟੋਰੀਆ ਨੂੰ ਬੇਹੱਦ ਖੂਬਸੂਰਤ ਲੱਗਦਾ ਸੀ। ਉਹ ਉਸ ਤੇ ਮਿਹਰਬਾਨ ਵੀ ਬਹੁਤ ਸੀ। ਘੱਟੋ ਘੱਟ ਪ੍ਰਾਪਤ ਸਰੋਤ ਤੇ ਇਹ ਨੋਵਲ ਵੀ ਇਸ ਤਰ੍ਹਾਂ ਦਾ ਹੀ ਅਹਿਸਾਸ ਦਿੰਦਾ
ਕਿ ਜਦੋਂ 16 ਸਾਲਾਂ ਦਾ ਹੋਇਆ ਤਾਂ ਉਹਨੂੰ ਇੱਕ ਐਲਡਵਿਨ ਮਹਿਲ ਦਿੱਤਾ ਗਿਆ, 17,000 ਏਕੜ ਦਾ ਪ੍ਰਬੰਧ ਕੀਤਾ ਗਿਆ ਤੇ $25,000 ਪ੍ਰਤੀ ਸਾਲ ਦੀ ਇਮਦਾਦ ਲਾਈ ਗਈ। ਪਰ ਇੰਨੀ ਵੱਡੀ ਜਗੀਰ ਅਤੇ ਦੌਲਤ ਦੇ ਬਾਵਜੂਦ ਉਹਦੇ ਅੰਦਰ ਜਿਹੜਾ ਖਲਾ ਸੀ ਉਹ ਭਰ ਨਾ ਸਕਿਆ। ਤੇ ਵਿਕਟੋਰੀਆ ਦੇ ਮਹਾਰਾਜਾ ਦਲੀਪ ਸਿੰਘ ਪ੍ਰਤੀ ਇਸ ਸਾਰੀ ਕਿ ਉਹ ਬਹੁਤ ਰਹਿਮਦਿਲ ਸੀ, ਪਰ ਇੱਕ ਅਸਲੋਂ ਵੱਖਰੀ ਤਰ੍ਹਾਂ ਦੀ ਜਿਹੜਾ ਫੈਕਟ ਆ ਉਹ ਇਹ ਆ ਕਿ ਵਿਕਟੋਰੀਆ ਨੇ ਮਹਾਰਾਜਾ ਦਾ ਜਿਹੜਾ ਵੱਡਾ ਲੜਕਾ ਸੀ ਵਿਕਟਰ, ਉਹਦੀ ਪਤਨੀ ਜਿਹੜੀ ਐਨ ਸੀ ਉਹਨੂੰ ਆਪਣੇ ਕੋਲ ਬੁਲਾਇਆ ਤੇ ਇਹ ਤਾਕੀਦ ਕੀਤੀ ਕਿ ਉਹਨਾਂ ਦੇ ਔਲਾਦ ਨਹੀਂ ਹੋਣੀ ਚਾਹੀਦੀ। ਇਹਦਾ ਜ਼ਿਕਰ ਅਨੀਤਾ ਆਨੰਦ ਨੇ ਵੀ ਕੀਤਾ ਤੇ ਮਹਿੰਦਰਪਾਲ ਸਿੰਘ ਧਾਲੀਵਾਲ ਹੋਰਾਂ ਨੇ ਵੀ ਕੀਤਾ, ਤੇ ਦੋਵਾਂ ਨੇ ਇੱਥੇ ਪੀਟਰ ਬਾਰਨਸ ਦੇ ਹਵਾਲੇ ਨਾਲ ਇਹ ਉਹਦੀ ਕਿਤਾਬ ਦੇ ਹਵਾਲੇ ਨਾਲ ਗੱਲ ਕੀਤੀ ਆ। ਤੇ ਅਨੀਤਾ ਆਨੰਦ ਤਾਂ ਇਸ ਤਰ੍ਹਾਂ ਜ਼ੁਬਾਨ ਦਿੰਦੀ ਆ ਕਿ the queen told Annie that she must never have any children with Victor. She offered no explanation but made it clear that these were her wishes. She also strongly advised Anne to take Victor away from London and live abroad in peace. ਤੇ ਨਾਵਲ ਸੋਫੀਆ ਦੇ ਪੰਨਾ 82 ਤੇ ਇਸ ਦਾ ਜ਼ਿਕਰ ਇੰਝ ਆਉਂਦਾ ਕਿ ਮੇਰੀ ਇੱਛਾ ਹੈ ਤੂੰ ਵਿਕਟਰ ਦੇ ਬੱਚੇ ਦੀ ਕਦੇ ਵੀ ਮਾਂ ਨਹੀਂ ਬਣੇਗੀ ਤੇ ਆਪਣੇ ਪਤੀ ਨਾਲ ਕਿਸੇ ਹੋਰ ਦੇਸ਼ ਵਿੱਚ ਰਹੇਗੀ। ਹੁਣ ਸਵਾਲ ਇਹ ਪੈਦਾ ਹੁੰਦਾ ਜਿਹਦਾ ਜ਼ਿਕਰ ਸ਼ੁਰੂ ਦੇ ਵਿੱਚ ਆਇਆ ਸੀ ਕਿ ਮਹਾਰਾਜ ਦਲੀਪ ਸਿੰਘ ਸਾਨੂੰ ਪਤਾ ਕਿ ਬੇਹੱਦ ਖਰਚੀਲਾ ਸੀ, ਇੱਕ ਤਰ੍ਹਾਂ ਨਾਲ ਅਯਾਸ਼ ਸੀ, ਜੂਏਬਾਜ਼ ਸੀ, ਸ਼ਿਕਾਰ ਕਰਦਾ ਸੀ, ਸ਼ਰਾਬ ਦਾ ਸ਼ੌਕੀਨ ਸੀ, ਔਰਤਾਂ ਦਾ ਵੀ ਸ਼ੌਕੀਨ ਸੀ। ਹੁਣ ਅਸੀਂ ਕੀ ਕਰੀਏ ਕਿ ਇਹ ਉਹਦੇ ਨਿੱਜੀ ਵਿਅਕਤਿਤਵ ਦੀਆਂ ਕਮਜ਼ੋਰੀਆਂ ਨੇ ਕਿ ਇਸ ਲਈ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ, ਕਿ ਉਹਨੂੰ ਸੁਧਰਨਾ ਚਾਹੀਦਾ ਸੀ, ਜਾਂ ਫਿਰ ਅਸੀਂ ਇਸ ਨੂੰ ਇਸ ਤਰ੍ਹਾਂ ਦੇਖੀਏ ਕਿ ਇਹ ਇਕੱਲੇ ਵਿਅਕਤੀ ਦੀ ਗੱਲ ਨਹੀਂ ਹੈਗੀ, ਉਹ ਚਾਹ ਕੇ ਵੀ ਠੀਕ ਨਹੀਂ ਹੋ ਸਕਦਾ ਸੀ ਕਿਉਂਕਿ ਇਹਦੇ ਪਿੱਛੇ ਇਤਿਹਾਸਕ ਤੇ ਅਸਤਿਤਵਿਕ ਕਾਰਨ ਸੀ। ਜਿਸ ਤਰ੍ਹਾਂ ਉਹ ਪਲਿਆ, ਜਿਹੜੀਆਂ ਉਹਦੀ ਮੈਮਰੀ ਸੀ, ਜਿਸ ਤਰ੍ਹਾਂ ਦੀਆਂ ਮੈਮਰੀਜ਼ ਨਵੀਆਂ ਮਿਲੀਆਂ, ਕਿ ਜਿਹੜਾ ਕੁਛ ਇਹ ਕਰਦਾ ਸੀ ਕਿ ਖਰਚ ਕਰਨਾ, ਅਯਾਸ਼ ਹੋਣਾ, ਕਿ ਉਹ ਅੰਦਰਲੇ ਕਿਸੇ ਹੋਰ ਚੰਗੇ ਸਾਧਨ ਦੀ ਅਪੂਰਤੀ ਦੇ ਵਿੱਚ ਖਲਾ ਨੂੰ ਪੂਰਨ ਦੀ ਕੋਸ਼ਿਸ਼ ਸੀ ਇਹਨਾਂ ਸਾਰੀਆਂ ਚੀਜ਼ਾਂ ਲਈ, ਜਾਂ ਇਹ ਕਿਸੇ ਅਤਿਅੰਤ ਦੀ ਬੇਵਸੀ ਨੂੰ ਹਟਾਉਣਾ ਸੀ ਜਾਂ ਘਟਾਉਣਾ ਸੀ। ਤਾਂ ਮੈਨੂੰ ਨਿੱਜੀ ਤੌਰ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਇਸ ਮਹਾਰਾਜ ਦੇ ਇਸ ਸੁਭਾਅ ਨੂੰ ਉਹਦੇ ਅਸਤਿਤਵਿਕ ਸੰਕਟ ਤੇ ਇਤਿਹਾਸਕ ਪਿਛੋਕੜ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ ਤੇ ਉਹਨੂੰ ਘੱਟੋ ਘੱਟ ਲਾਹਨਤ ਨਹੀਂ ਪਾਈ ਜਾ ਸਕਦੀ ਹੈਗੀ ਕਿ ਉਹ ਇਸ ਤਰ੍ਹਾਂ ਦਾ ਰਿਹਾ। ਤੇ ਇਹ ਉਹਦੀਆਂ ਕਮਜ਼ੋਰੀਆਂ, ਉਹਦੀ ਹੋਈ ਬੀਤੀ ਦਾ ਨਤੀਜਾ ਸੀ ਜਿਹੜਾ ਉਹਦੇ ਹੱਥ ਵੱਸ ਨਹੀਂ ਸੀ। ਉਹਨੇ ਇਹ ਵੀ ਨਹੀਂ ਕਹਿ ਸਕਦੇ ਕਿ ਉਹਨੇ ਕੋਸ਼ਿਸ਼ ਨਹੀਂ ਕੀਤੀ ਹੈਗੀ, ਉਹ ਕੋਸ਼ਿਸ਼ ਕਰਦਾ ਰਿਹਾ, ਪਰ ਜਿਸ ਤਰ੍ਹਾਂ ਉਹ ਬਣਿਆ, ਜਿਸ ਤਰ੍ਹਾਂ ਉਹਦਾ ਸੁਭਾਅ ਸੀ, ਜਿਸ ਤਰ੍ਹਾਂ ਦੇ ਹਾਲਾਤ ਮਿਲੇ, ਜਿਸ ਤਰ੍ਹਾਂ ਦੀ ਆਸ਼ੀ ਦੇ ਵਿੱਚ ਪਲਿਆ ਸੀ, ਜਦੋਂ ਤੁਸੀਂ ਬਹੁਤ ਜ਼ਿਆਦਾ ਆਯਾਸ਼ੀ ਦੇ ਵਿੱਚ ਪਲੇ ਹੋਵੋ, ਅਮੀਰੀ ਦੇ ਵਿੱਚ ਪਲੇ, ਫਿਰ ਇੱਕਦਮ ਤੁਹਾਨੂੰ ਗਰੀਬੀ 'ਚ ਧੱਕ ਦਿੱਤਾ ਜਾਵੇ ਤਾਂ ਤੁਹਾਡੇ ਅੰਦਰ ਉਹ ਸਟਰੋਂਗਨੈਸ ਜਿਹੜੀ ਆ, ਉਹ ਕਮਿਟਡ ਪਣ, ਉਹ ਵੀ ਨਹੀਂ ਰਹਿੰਦਾ ਹੈਗਾ। ਤੇ ਇੱਕ ਗੱਲ ਹੋਰ ਵੀ ਹੈ ਕਿ ਉਹਦੇ ਅੰਦਰ ਇੰਨਾ ਖਲਾ ਸੀ ਕਿ ਜਦੋਂ ਉਹਨੂੰ ਐਲਬਰਡਨ ਮਹਿਲ ਮਿਲਦਾ ਤਾਂ 13 ਸਾਲ ਉੱਥੇ ਕਾਰੀਗਰ ਲਾਈ ਰੱਖਦਾ ਕਿ ਕਿਵੇਂ ਨਾ ਕਿਵੇਂ ਜਿਹੜਾ ਇਹ ਆ ਉਹ ਲਾਹੌਰ ਦੇ ਕਿਲੇ ਵਰਗਾ ਹੋ ਜਾਵੇ, ਉਸ ਘਰ ਵਰਗਾ ਹੋ ਜਾਵੇ ਜਿੱਥੇ ਉਹ ਰਹਿੰਦਾ ਸੀ। ਕੋਸ਼ਿਸ਼ ਤਾਂ ਕਰਦਾ ਰਹਿੰਦਾ ਖਲਾ ਨੂੰ ਪੂਰਨ ਦੀ, ਪਰ ਅੰਤ ਨੂੰ ਸਭ ਗਵਾ ਬੈਠਦਾ। ਤੇ ਇੱਕ ਉਹ ਕਰਜ਼ ਇੰਨਾ ਹੋ ਜਾਂਦਾ ਕਿ ਉਹਨੂੰ ਉਹ ਸਾਰੀ ਜਗੀਰ ਛੱਡਣੀ ਪੈਂਦੀ ਹੈ, ਇੱਕ ਸਮਝੌਤਾ ਕਰਨਾ ਪੈਂਦਾ ਕਿ ਤੇਰਾ ਅਸੀਂ ਕਰਜ਼, ਇੰਡੀਆ ਆਫਿਸ ਕਹਿੰਦਾ ਕਿ ਤੇਰਾ ਕਰਜ਼ ਉਤਾਰ ਦਿੰਦੇ ਆ, ਪਰ ਤੇਰੀ ਔਲਾਦ ਨੂੰ ਇਹ ਐਲਬਰਡਨ ਤੇ ਜਿਹੜਾ ਜਗੀਰ ਆ ਉਹ ਨਹੀਂ ਮਿਲੂਗੀ। ਜਿਵੇਂ ਆਪ ਬੇਘਰ ਹੋਇਆ ਸੀ, ਉਸੇ ਤਰ੍ਹਾਂ ਉਹਦੇ ਕਾਰਨ ਉਹਦੇ ਬੱਚੇ ਬੇਘਰ ਹੋ ਜਾਂਦੇ ਨੇ। ਇਹ ਤਰਾਸਦੀ ਦਾ ਸਿਖਰ ਸੀ। ਤੇ ਫਿਰ ਅੰਗਰੇਜ਼ਾਂ ਖਿਲਾਫ ਜੰਗ ਦਾ ਐਲਾਨ ਕਰਦਾ, ਪਰ ਅੰਤਲੇ ਸਮੇਂ ਵਿੱਚ ਵਿਕਟੋਰੀਆ ਨੂੰ ਪੱਤਰ ਲਿਖ ਕੇ ਮਾਫੀ ਮੰਗਦਾ, ਵਾਪਸ ਆਪਣੇ ਧਰਮ ਵਿੱਚ ਆਉਂਦਾ, ਪਰ ਉਸਨੂੰ ਨਿਭਾਉਣ ਵਿੱਚ ਸਫਲ ਨਹੀਂ ਹੁੰਦਾ। ਤੇ 55 ਸਾਲ ਦੀ ਉਮਰ ਦੇ ਵਿੱਚ ਕਦੇ ਡਿੱਕ ਡੋਲੇ ਖਾਂਦਾ, ਕਦੇ ਇਸ ਤਰ੍ਹਾਂ ਸੋਚਦਾ, ਉਸ ਤਰ੍ਹਾਂ ਸੋਚਦਾ, ਕਦੇ ਇਨਕਲਾਬ ਕਰਨ ਦੀ ਕੋਸ਼ਿਸ਼ ਕਰਦਾ, ਰਾਜ ਵਾਪਸ ਕਰਨ ਦੀ ਕੋਸ਼ਿਸ਼ ਕਰਦਾ। 55 ਸਾਲ ਦੀ ਉਮਰ ਦੇ ਵਿੱਚ ਪੈਰਿਸ ਦੇ ਇੱਕ ਸਸਤੇ ਜਿਹੇ ਹੋਟਲ ਦੇ ਵਿੱਚ ਇਕੱਲਾ ਹੀ ਹੁੰਦਾ ਜਦੋਂ ਉਹ ਗੁਜ਼ਰ ਜਾਂਦਾ। ਅਨੀਤਾ ਆਨੰਦ ਦੀ ਬਹੁਤ ਭਾਵੁਕ ਸ਼ਬਦਾਵਲੀ ਹੈ ਕਿ on the night of 21 October 1893, Dileep suffered a catastrophic fit in the bedroom. He remained unconscious and undiscovered until the next day. For hours he lay cold and powerless to move on the floor until eventually his heart gave up. He died quietly and alone. It was impossible to know how quickly death had come to Dileep. ਇੱਕ ਗੱਲ ਹੋਰ ਵੀ ਧਿਆਨਯੋਗ ਆ ਕਿ ਅੰਗਰੇਜ਼ੀ ਨਿਜ਼ਾਮ ਇਸ ਗੱਲ ਲਈ, ਇਹ ਵੀ ਇੱਕ ਗੱਲ ਬਾਰ-ਬਾਰ ਆਉਂਦੀ ਹੈ ਨਾਵਲ ਦੇ ਵਿੱਚ ਕਿ ਉਹਨੇ ਬਹੁਤ ਵਾਰ ਕੋਸ਼ਿਸ਼ ਕੀਤੀ ਕਿ
ਇੰਡੀਆ ਉਹਨੂੰ ਜਾਣ ਦੀ, ਪੰਜਾਬ ਜਾਣ ਦੀ ਆਗਿਆ ਮਿਲੇ, ਪੰਜਾਬ ਜਾਣ ਦੀ, ਉਹਨੂੰ ਪੰਜਾਬ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਕਿ ਅੰਗਰੇਜ਼ਾਂ ਨੂੰ ਉਹਦੀ ਸਿੰਬੋਲਿਕ ਪਾਵਰ ਦਾ ਪਤਾ ਸੀ ਕਿ ਜੇ ਇਹ ਗਿਆ ਤਾਂ ਪੰਜਾਬ ਦਾ ਜਿਹੜਾ ਖਾਲਸਾ ਰਾਜ ਸੀ ਉਹ ਲੁਕਾਈ ਦੇ ਚੇਤਿਆਂ 'ਚ ਤਾਜ਼ਾ ਹੋ ਜਾਊਗਾ ਤੇ ਬਗਾਵਤ ਫੈਲ ਸਕਦੀ ਆ। ਇਹ ਡਰ ਤਾਂ ਉਹਨਾਂ ਦੇ ਅੰਦਰ ਇੰਨਾ ਰਿਹਾ ਕਿ ਬਾਅਦ 'ਚ ਉਹਨਾਂ ਦੇ ਬੱਚਿਆਂ ਨੂੰ ਆਪਾਂ ਗੱਲ ਕਰਦੇ ਹਾਂ, ਉਹਨਾਂ ਨੂੰ ਵੀ ਜਾਣ ਦੇ ਵਿੱਚ ਜਿਹੜੀ ਆ ਬਹੁਤ ਮੁਸ਼ਕਲ ਹੋਈ। ਤੇ ਇਸ ਸਾਰੇ ਪਰਿਵਾਰ ਦੀ ਟ੍ਰੈਜਡੀ ਦੇ ਵਿੱਚ ਖੈਰ ਮਹਾਰਾਣੀ ਬੰਬਾ ਦੀ ਬਹੁਤੀ ਗੱਲ ਨਹੀਂ ਹੁੰਦੀ, ਜਿਹੜੀ ਦਲੀਪ ਸਿੰਘ ਦੀ ਪਹਿਲੀ ਪਤਨੀ ਸੀ ਉਹਦੀ ਵੀ ਟ੍ਰੈਜਡੀ ਬਹੁਤ ਸੀ। ਜਦੋਂ ਵਿਆਹ ਆਪਦੇ ਆਪ 'ਚ ਆਊਟਸਾਈਡਰ ਸੀ, ਉਹ ਇੱਕ ਜਰਮਨ ਪਿਤਾ ਸੀ ਤੇ ਉਹਦੀ ਇੱਕ ਮਾਂ ਗੁਲਾਮ ਸੀ। ਤੇ ਉਹ ਜਦੋਂ ਉਹਨਾਂ ਦਾ ਵਿਆਹ ਹੋਇਆ ਤੇ ਇਹਨੂੰ ਉਹ ਅਰਬੀ ਬੋਲਦੀ ਸੀ, ਅਰਬੀ ਭਾਸ਼ਾ ਜਾਣਦੀ ਸੀ, ਤੇ ਦਲੀਪ ਸਿੰਘ ਨੂੰ ਅਰਬੀ ਦਾ ਇੱਕ ਸ਼ਬਦ ਨਹੀਂ ਆਉਂਦਾ ਸੀ ਤੇ ਬੰਬਾ ਨੂੰ ਜਿਹੜੀ ਅੰਗਰੇਜ਼ੀ ਦਾ ਇੱਕ ਸ਼ਬਦ ਨਹੀਂ ਆਉਂਦਾ ਸੀ, ਤੇ ਦੁਭਾਸ਼ੀਏ ਦੀ ਲੋੜ ਪਈ ਸੀ। ਤੇ ਜਦੋਂ ਦਲੀਪ ਸਿੰਘ ਇੱਕ ਤਰ੍ਹਾਂ ਆਪਦੇ ਪਰਿਵਾਰ ਨੂੰ ਛੱਡ ਹੀ ਦਿੰਦਾ, ਜਦੋਂ ਪਹਿਲੀ ਵਾਰ ਈਡਨ ਜਾਂਦਾ ਤੇ ਫਿਰ ਵਾਪਸ ਨਹੀਂ ਆਉਂਦਾ, ਈਡਨ ਰੋਕ ਲਿਆ ਜਾਂਦਾ ਉਹਨੂੰ, ਤੇ ਸ਼ਰਾਬ ਪੀਣ ਲੱਗਦੀ ਆ। ਤੇ ਜਦੋਂ ਮਰਦੀ ਆ ਤਾਂ ਉਹਦੀ ਉਮਰ ਮਸਾਂ 41 ਸਾਲ ਦੀ ਸੀ। ਤੇ ਉਹਦੀ ਡੈਥ ਵੀ ਬਹੁਤ ਅਜੀਬ ਤਰੀਕੇ ਨਾਲ ਹੁੰਦੀ ਹੈ ਕਿ ਜਿਹੜੀ ਸੋਫੀਆ ਉਹ ਬਿਮਾਰ ਹੋ ਜਾਂਦੀ ਆ ਤੇ ਉਹ ਆਪਣੀ ਧੀ ਕੋਲ ਖਿਆਲ ਰੱਖਣ ਲਈ ਬੈਠਦੀ ਆ, ਤੇ ਸਾਰੀ ਰਾਤ ਉਹ ਕੋਲ ਬੈਠੀ ਰਹਿੰਦੀ ਹੈ। ਤੇ ਜਦੋਂ ਸਵੇਰ ਹੁੰਦੀ ਆ ਤਾਂ ਸੋਫੀਆ ਲਗਭਗ ਠੀਕ ਹੋ ਗਈ ਹੁੰਦੀ ਹੈ ਤੇ ਉਹ ਫਰਸ਼ ਤੇ ਡਿੱਗੀ ਪਈ ਹੁੰਦੀ ਆ ਤੇ ਮੌਤ ਹੋ ਜਾਂਦੀ ਹੈ। ਸਿਰਫ 41 ਸਾਲ ਦੀ ਉਮਰ ਸੀ ਜਦੋਂ ਉਹਦੀ ਡੈਥ ਹੋ ਜਾਂਦੀ ਆ। ਇਸ ਪਰਿਵਾਰ ਤੋਂ ਗੁਜ਼ਰਦਿਆਂ ਹੋਇਆਂ ਜਦੋਂ ਆਪਾਂ ਸੋਫੀਆ ਦਲੀਪ ਸਿੰਘ ਤੱਕ ਪਹੁੰਚਦੇ ਹਾਂ ਜਾਂ ਸਫਾਇਰ ਤੱਕ ਪਹੁੰਚਦੇ ਹਾਂ, ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਪਤਾ ਲੱਗਦੀ ਹੈ ਕਿ ਉਹਦੇ ਬਾਬਤ ਸਾਨੂੰ ਇਸ ਕਰਕੇ ਜਾਣਕਾਰੀ ਮਿਲ ਸਕੀ ਜਿਹੜੀ ਆ ਕਿ ਉਹਦੀ ਇੱਕ ਡਾਇਰੀ ਅਵੇਲੇਬਲ ਆ। ਤੇ ਇਸ ਤੋਂ ਬਿਨਾਂ ਕੁਝ ਲੋਕ ਜਿਉਂਦੇ ਸੀ ਕਿ ਜਿਹੜੇ ਉਹਦੇ ਬਾਰੇ, ਜਿਵੇਂ ਡਰੋਬਨਾ ਜਿਹੜੀ ਉਹਦੀ ਗੋਡ ਡਾਟਰ ਸੀ, ਉਹ ਵੀ ਜਿਉਂਦੀ ਸੀ, ਜਿਹਦੇ ਕਰਕੇ ਉਹ ਜਾਣਕਾਰੀ ਸਾਡੇ ਤੱਕ ਪਹੁੰਚ ਸਕੀ ਆ। ਤੇ ਇੱਕ ਅਨੀਤਾ ਆਨੰਦ ਇਹ ਕਹਿੰਦੀ ਹੈ ਕਿ ਉਹ ਆਪਣੇ ਸਮਿਆਂ ਦੀ ਇੱਕ ਸਟਾਰ ਹਸਤੀ ਸੀ, ਤੇ ਜਿਹੜੀ ਉਹਦੀ ਪ੍ਰਸਿੱਧੀ ਸੀ ਉਹਦੇ ਨਾਲ ਚੰਗੀਆਂ ਤੇ ਮਾੜੀਆਂ ਦੋਵੇਂ ਕਿਸਮ ਦੀਆਂ ਗੱਲਾਂ ਜੁੜੀਆਂ ਹੋਈਆਂ ਸਨ। ਤੇ ਜਿਹੜੀਆਂ ਚੰਗੀਆਂ ਗੱਲਾਂ ਸੀ ਉਹ ਸ਼ਰੇਆਮ ਉਹਦੇ ਸਾਹਮਣੇ ਹੁੰਦੀਆਂ, ਤੇ ਬੁਰੀਆਂ ਉਹਦੇ ਓਹਲੇ ਵਿੱਚ ਜਾਂ ਉਹਦੀ ਪਿੱਠ ਪਿੱਛੇ। ਉਹ ਲਿਖਦੀ ਹੈ ਕਿ ਅਨੀਤਾ ਆਨੰਦ ਲਿਖਦੀ ਹੈ ਕਿ ਪ੍ਰਿੰਸੈਸ ਸੋਫੀਆ ਦਲੀਪ ਸਿੰਘ was as close to an international celebrity as it was possible to be in 1910. Many had been reading about her for years in the popular press. Daughter of a flamboyant Maharaja, goddaughter to Queen Victoria, champion dog breeder, and resident of Hampton Court Palace. ਪਰ ਨਾਲ ਦੀ ਨਾਲ ਉਹਦੇ ਬਾਰੇ ਕੁਝ ਇਸ ਤਰ੍ਹਾਂ ਦੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਲੋਕ ਉਹਲੇ 'ਚ ਜਾਂ ਇਸ਼ਾਰਾ ਕਰਕੇ ਕਹਿੰਦੇ ਸੀ ਕਿ she was the daughter of that man, the traitor, the one who had lost everything. Whispers followed wherever she went. ਮੈਨੂੰ ਹੁਣੇ ਖਿਆਲ ਆ ਗਿਆ ਕਿ ਜਿਹੜੀ ਡਾਕਟਰ ਮਹਿੰਦਰ ਸਿੰਘ ਹੋਰਾਂ ਨੇ ਨਾ ਬੈਕ ਕਵਰ ਤੇ ਫੋਟੋ ਦਿਖਾਈ ਆ, ਉਹ ਅਸਲ ਦੇ ਵਿੱਚ ਜਿਹੜੀ ਫੋਟੋ ਆ ਉਹਦੀ ਮਤਲਬ ਅਸਲ ਨੂੰ ਚਿੰਨਤ ਨਹੀਂ ਕਰਦੀ, ਉਹਦਾ ਨਾ ਮਜ਼ਾਕ ਉਡਾਇਆ ਜਾਂਦਾ ਸੀ। ਨਹੀਂ ਜੀ, ਇਹ ਅਸਲ ਨਹੀਂ ਹੈਗੀ, ਕਾਰਟੂਨ। ਉਹਦਾ ਮਜ਼ਾਕ ਉਡਾਇਆ ਜਾਂਦਾ ਸੀ ਕਿ ਜਦੋਂ ਉਹ ਅੰਗਰੇਜ਼ਾਂ ਦੇ ਖਿਲਾਫ ਹੋ ਗਿਆ ਸੀ ਫਿਰ ਉਹਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ ਸੀ। ਤੇ ਜਿਹੜੀ ਇਹ ਸੋਫੀਆ ਦਲੀਪ ਸਿੰਘ ਸੀ, ਆਪਾਂ ਨੂੰ ਪਤਾ ਕਿ ਇਹਦੇ 6 ਸਕੇ ਭੈਣ ਭਰਾ ਤੇ ਹੇਠੋਂ ਦੂਜੇ ਨੰਬਰ ਤੇ ਸੀ। ਸਭ ਤੋਂ ਵੱਡਾ ਵਿਕਟਰ ਸੀ, ਉਸ ਤੋਂ ਛੋਟਾ ਫਰੈਡਰਿਕ ਸੀ, ਫਿਰ ਮਾਂ ਦੇ ਨਾਂ ਤੇ ਧੀ ਦਾ ਰੱਖਿਆ ਹੋਇਆ ਨਾਂ ਸੀ ਬੰਬਾ ਸੀ, ਉਸ ਤੋਂ ਬਾਅਦ ਕੈਥਰੀਨ ਆਉਂਦੀ ਸੀ ਤੇ ਫਿਰ ਸੋਫੀਆ ਆਉਂਦੀ ਸੀ। ਤੇ ਸਭ ਤੋਂ ਛੋਟਾ ਸੋਫੀਆ ਤੋਂ ਛੋਟਾ ਉਹਦਾ ਭਰਾ ਸੀ ਐਡਵਰਡ। ਤੇ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਦੂਸਰੀ ਪਤਨੀ ਸੀ ਐਡਾ, ਉਸ ਤੋਂ 2 ਲੜਕੀਆਂ ਹੋਈਆਂ, ਅਤੇ ਇੱਕ ਦਾ ਨਾਂ ਪੋਲੀਨ ਸੀ ਤੇ ਦੂਸਰੀ ਦਾ ਆਇਰੀਨ ਸੀ। ਤੇ ਇਹ ਸੋਫੀਆ ਨਾਲ ਜੋ ਵਾਪਰਿਆ ਕਿ ਹਲੇ 10 ਸਾਲਾਂ ਤੋਂ ਵੀ ਘੱਟ ਸੀ, ਜਦੋਂ ਬਹੁਤ ਔਖਿਆਈਆਂ ਉਹਦੇ ਜੀਵਨ 'ਚ ਆ ਜਾਂਦੀਆਂ ਨੇ। ਜਦੋਂ ਮਹਾਰਾਜਾ ਦਲੀਪ ਸਿੰਘ ਇਹ ਫੈਸਲਾ ਕਰਦਾ ਕਿ ਮੈਂ ਇੰਡੀਆ ਜਾਊਂਗਾ, ਤੇ ਜਦੋਂ ਉਹਨੂੰ ਈਡਨ ਵਿੱਚ ਰੋਕ ਲਿਆ ਜਾਂਦਾ ਤੇ ਇੱਕ ਤਰ੍ਹਾਂ ਨਾਲ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਇਹ ਪਹਿਲਾ ਐਸਾ ਮੌਕਾ ਸੀ ਜਦੋਂ ਇੱਕ 10 ਸਾਲ ਦੇ ਲੜਕੀ ਤੇ ਕਿ ਉਹਦੇ ਪਿਤਾ ਨੂੰ ਇਸ ਤਰ੍ਹਾਂ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ, ਤਾਂ ਜਾਂ ਉਸਨੂੰ ਇੱਕ ਤਰ੍ਹਾਂ ਗ੍ਰਿਫਤਾਰ ਹੀ ਕੀਤਾ ਜਾ ਰਿਹਾ, ਤਾਂ ਉਹਦੇ ਮਨ ਤੇ ਕੀ ਬੀਤੀ ਹੋਊਗੀ ਆਪਾਂ ਇਹਦਾ ਅੰਦਾਜ਼ਾ ਲਾ ਸਕਦੇ ਹਾਂ। ਤੇ ਈਡਨ ਤੋਂ ਦਲੀਪ ਸਿੰਘ ਤਾਂ ਵਾਪਸ ਨਹੀਂ ਆਉਂਦਾ ਹੈਗਾ, ਪਰ ਇਹਦੇ ਸਾਰੇ ਪਰਿਵਾਰ ਨੂੰ, ਬੱਚਿਆਂ ਤੇ ਉਹਦੀ ਮਦਰ ਨੂੰ ਵਾਪਸ ਭੇਜ ਦਿੱਤਾ ਜਾਂਦਾ। ਇਹ ਉਹ ਮੌਕਾ ਸੀ ਤੇ ਜਦੋਂ ਇੱਕ ਤਰ੍ਹਾਂ ਦਲੀਪ ਸਿੰਘ ਆਪਣੇ ਪਰਿਵਾਰ ਨੂੰ ਪੱਕੀ ਹੀ ਤਲਾਂਜਲੀ ਦੇ ਦਿੰਦਾ, ਤੇ ਸੋਫੀਆ ਬਾਕੀ ਭੈਣ ਭਰਾਵਾਂ ਨਾਲ ਆਪਣੇ ਪਿਤਾ ਦੇ ਲਾਡ ਪਿਆਰ ਤੋਂ ਲਗਭਗ ਹਮੇਸ਼ਾ ਲਈ ਬਿਰਬੀ ਹੋ ਜਾਂਦੀ ਹੈ। ਤੇ ਦਲੀਪ ਸਿੰਘ ਦੇ ਆਪਣੇ ਬੱਚਿਆਂ ਪ੍ਰਤੀ ਜਿਹੜਾ ਇਸ ਤਰ੍ਹਾਂ ਦਾ ਵਿਵਹਾਰ, ਉਹਦਾ ਸਿਖਰ ਉਦੋਂ ਹੁੰਦਾ
ਜਦੋਂ ਵਿਕਟਰ ਚਿੱਠੀ ਲਿਖਦਾ ਉਹਦਾ ਬੇਟਾ ਦਲੀਪ ਸਿੰਘ ਨੂੰ ਕਿ ਤੁਸੀਂ ਆਰਥਿਕ ਮਦਦ ਲਈ ਇੰਡੀਆ ਆਫਿਸ ਨਾਲ ਗੱਲ ਕਰੋ, ਤੇ ਮਹਾਰਾਜਾ ਇਸ ਗੱਲ ਤੇ ਬਹੁਤ ਖਫਾ ਹੁੰਦਾ ਕਿ ਤੂੰ ਇਹ ਸੋਚ ਕਿੱਦਾਂ ਲਿਆ ਕਿ ਮੈਂ ਉਹਨਾਂ ਨਾਲ ਸੰਪਰਕ ਕਰੂੰਗਾ ਜਿਹੜੇ ਮੇਰੇ ਨਾਲ ਇਦਾਂ ਕਰਦੇ ਨੇ, ਤੇ ਆਪ ਪਰ ਪੈਸੇ ਦੇਣ ਦਾ ਕੋਈ ਹੋਰ ਪ੍ਰਬੰਧ ਵੀ ਨਹੀਂ ਕਰਦਾ ਹੈਗਾ, ਤੇ ਸਾਰਾ ਪਰਿਵਾਰ ਇੱਕ ਵਾਰ ਤਾਂ ਬਹੁਤ ਮੁਸ਼ਕਲ ਦੇ ਵਿੱਚ ਆ ਜਾਂਦਾ। ਇਸ ਸਥਿਤੀ ਦੇ ਵਿੱਚ ਫਿਰ ਵਿਕਟੋਰੀਆ, ਕਿਉਂਕਿ ਵਿਕਟਰ ਵੀ ਉਹਨੇ ਗੋਦ ਲਿਆ ਹੁੰਦਾ, ਧਰਮ ਮਾਂ ਬਣੀ ਹੁੰਦੀ ਹੈ, ਤੇ ਇਹਦੀ ਵੀ ਸੋਫੀਆ ਦੀ ਵੀ, ਤੇ ਉਹ ਫਿਰ ਉਹਦੀ ਮਦਰ ਨੂੰ 6 ਸਾਲ ਦੀ ਪਾਉਣ ਦੀ 6000 ਪਾਉਣ ਦੀ ਸਾਲਾਨਾ ਇਮਦਾਦ ਦਾ ਪ੍ਰਬੰਧ ਕਰਦੀ ਆ, ਤੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਵੀ ਕਰਦੀ ਹੈ। ਸੋਫੀਆ ਦਾ ਕੁਝ ਵਿਸ਼ੇਸ਼ ਖਿਆਲ ਰੱਖਦੀ ਆ, ਤੇ ਕੁਝ ਸਮੇਂ ਲਈ ਐ ਲੱਗਣ ਲੱਗ ਜਾਂਦਾ ਕਿ ਸੋਫੀਆ ਦੀ ਜ਼ਿੰਦਗੀ ਹੁਣ ਠੀਕ ਚੱਲਣ ਲੱਗ ਗਈ ਆ, ਉਹ ਠੀਕ ਤਰ੍ਹਾਂ ਜੀਵਨ ਬੱਚੇ ਜਿਹੜੇ ਨੇ ਉਹ ਗੁਜ਼ਾਰ ਰਹੇ ਨੇ। ਪਰ ਜਿਉਂ ਹੀ ਉਹ ਜਵਾਨ ਹੁੰਦੇ ਨੇ ਤੇ ਇੱਕ ਐਲੀਟ ਕਲਾਸ ਦੇ ਵਿੱਚੋਂ, ਰਾਇਲ ਫੈਮਿਲੀ ਦੇ ਵਿੱਚੋਂ ਹੋਣ ਦੇ ਬਾਵਜੂਦ ਉੱਥੇ ਕੋਈ ਉਹਨਾਂ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਹੁੰਦਾ ਹੈਗਾ, ਕਿ ਉਹ ਇਸ ਤਰ੍ਹਾਂ ਕਿ ਉਹ ਇੱਕ ਤਾਂ ਕਿ ਟ੍ਰੇਟਰ ਆ, ਇੱਕ ਆਊਟਸਾਈਡਰ ਨੇ, ਤੇ ਇਸ ਗੱਲ ਦਾ ਪਹਿਲੀ ਵਾਰ ਇਹਨਾਂ ਦੇ ਮਨ 'ਚ ਜਦੋਂ ਖਿਆਲ ਜਾਂਦਾ ਸਾਰਿਆਂ ਦੇ ਬੱਚਿਆਂ ਦੇ, ਤਾਂ ਇਹ ਪਹਿਲੀ ਵਾਰ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇਹ ਧਰਤੀ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਜਿਹੜਾ ਸਾਨੂੰ ਆਪਣਾ ਨਹੀਂ ਲੱਗਦਾ ਹੈਗਾ, ਆਪਣਾਪਣ ਨਹੀਂ ਮਹਿਸੂਸ ਹੁੰਦਾ। ਭਾਵੇਂ ਕਿ ਫਰੈਡਰਿਕ ਦਾ ਵਿਆਹ ਹੋ ਜਾਂਦਾ, ਪਰ ਬੱਚਾ ਉਹਦੇ ਵੀ ਉਹ ਵੀ ਜਿਹੜੀ ਵਿਕਟੋਰੀਆ ਉਹਦੇ ਕਹਿਣ ਤੇ ਹੁੰਦਾ, ਉਹ ਵੀ ਨਹੀਂ ਹੋ ਰਿਹਾ ਸੀ। ਤੇ ਜਿਹੜੀ ਕੈਥਰੀਨ ਆ, ਉਹ ਲੈਸਬੀਅਨ ਸੀ, ਤੇ ਉਹ ਆਪਣੀ ਇੱਕ ਹੋਰ ਔਰਤ ਲੀਨਾ ਨਾਲ ਜਰਮਨੀ ਰਹਿੰਦੀ ਆ। ਬਾਂਬਾ ਅਲਟੀਮੇਟਲੀ 55 ਸਾਲ ਦੀ ਉਮਰ ਵਿੱਚ ਵਿਆਹ ਵੀ ਕਰਾਉਂਦੀ ਹੈ, ਪਰ ਕਿਹਾ ਜਾਂਦਾ ਕਿ ਇਹ ਵਿਆਹ ਜ਼ਿਆਦਾ ਇਸ ਕਰਕੇ ਕਰਵਾਇਆ ਉਸਨੇ ਕਿ ਉਹ 10,000 ਜਿਹੜਾ ਇੰਡੀਆ ਆਫਿਸ ਵੱਲੋਂ $10,000 ਉਹਨੂੰ ਮਿਲਣਾ ਸੀ, ਕਿ ਤੈਅ ਹੋਇਆ ਸੀ ਕਿ ਜਦੋਂ ਇਹ ਵਿਆਹ ਕਰਾਉਣਗੀਆਂ ਤਾਂ ਇਹਨਾਂ ਨੂੰ ਜਿਹੜੇ ਪੈਸੇ ਮਿਲਣਗੇ, ਬੱਚਾ ਉਹਦੇ ਵੀ ਕੋਈ ਨਹੀਂ ਹੁੰਦਾ। ਤੇ ਜਿਹੜੀਆਂ ਆਇਰੀਨ ਤੇ ਪੌਲੀਨ ਸੀ, ਉਹਦੇ ਵਿੱਚੋਂ ਜਿਹੜੀਆਂ ਸੌਤੇਲੀਆਂ ਭੈਣਾਂ ਸੀ ਸੋਫੀਆ ਦੀਆਂ, ਉਹਦੇ ਵਿੱਚੋਂ ਆਇਰੀਨ ਦਾ ਵਿਆਹ ਹੁੰਦਾ ਤੇ ਫਿਰ ਟੁੱਟ ਜਾਂਦਾ, ਤੇ ਅੰਤ ਨੂੰ ਉਹ ਬਹੁਤ ਹੀ ਬੁਰੀ ਸਥਿਤੀ ਦੇ ਵਿੱਚ ਜਿਹੜੀ ਆ ਉਹ ਆਤਮ ਹੱਤਿਆ ਕਰ ਲੈਂਦੀ ਆ। ਪੌਲੀਨ ਬਾਰੇ ਫਿਰ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਹੈਗੀ, ਵਿਆਹ ਉਹਦਾ ਵੀ ਨਹੀਂ ਹੁੰਦਾ। ਤਾਂ ਸਪਸ਼ਟ ਨਜ਼ਰ ਆ ਜਾਂਦਾ ਕਿ ਸਾਰੇ ਭੈਣ ਭਰਾਵਾਂ ਦਾ ਜੀਵਨ ਤੇ ਉਹਨਾਂ ਦਾ ਸਵੈ ਬਹੁਤ ਖੰਡਿਤ ਕਿਸਮ ਦਾ ਸੀ। ਇੱਕ ਵੇਲੇ ਤੱਕ ਤਾਂ ਇਹ ਖੰਡਿਤ ਆਪਾਂ ਆਪਣੇ ਪਰਿਵਾਰ ਦੀਆਂ ਯਾਦਾਂ ਜਾਂ ਇੰਗਲੈਂਡ ਦੇ ਰਾਜਨੀਤਿਕ ਸੱਭਿਆਚਾਰਕ ਪ੍ਰਵੇਸ਼ ਨਾਲ ਜੁੜਿਆ ਰਿਹਾ, ਪਰ ਫਿਰ ਇੱਕ ਸਮੇਂ ਤੋਂ ਬਾਅਦ ਇਹਦਾ ਨਾਤਾ ਇੰਡੀਆ ਨਾਲ ਬਣ ਗਿਆ। ਤੇ ਮੌਕਾ ਉਦੋਂ ਬਣਦਾ ਜਦੋਂ ਐਡਵਰਡ 7ਵੇਂ ਦੀ ਤਾਜਪੋਸ਼ੀ ਮੌਕੇ ਇੰਡੀਆ ਦੇ ਵਿੱਚ ਜਸ਼ਨ ਮਨਾਏ ਜਾਂਦੇ ਨੇ, ਤੇ ਇਹ ਕੋਸ਼ਿਸ਼ ਕਰਦੀਆਂ ਨੇ, ਕਿਉਂਕਿ ਬਾਂਬਾ ਤਾਂ ਬਹੁਤ ਦੇਰ ਤੋਂ ਬਾਂਬਾ ਅੰਗਰੇਜ਼ਾਂ ਦੇ ਬਹੁਤ ਵਿਰੁੱਧ ਸੀ। ਬਾਂਬਾ ਤਾਂ ਬਹੁਤ ਕੋਸ਼ਿਸ਼ ਕਰ ਰਹੀ ਸੀ, ਇਹ ਤਿੰਨੇ ਭੈਣਾਂ ਕੋਸ਼ਿਸ਼ ਕਰਦੀਆਂ ਨੇ ਕਿ ਕਿਵੇਂ ਨਾ ਕਿਵੇਂ ਸਾਨੂੰ ਇਸ ਵਕਤ ਜਿਹੜਾ ਉਹ ਇੰਡੀਆ ਜਾਣ ਦਾ ਮੌਕਾ ਮਿਲ ਜਾਵੇ ਇਸ ਮੌਕੇ। ਪਰ ਉਸ ਵੇਲੇ ਤਾਂ ਇਹਨਾਂ ਨੂੰ ਇਹ ਮਨਾ ਕਰ ਦਿੱਤਾ ਜਾਂਦਾ, ਬਾਰ-ਬਾਰ ਚਿੱਠੀਆਂ ਪਾਉਂਦੀਆਂ ਨੇ ਕਿ ਸਾਨੂੰ ਜਾਣ ਦਿਓ, ਪਰ ਇੱਕ ਤਰ੍ਹਾਂ ਇਹ ਜਵਾਬ ਦਿੱਤਾ ਜਾਂਦਾ ਕਿ ਸਾਡੇ ਕੋਲ ਹਲੇ ਵਕਤ ਨਹੀਂ। ਪਰ ਇਹ ਜਿਵੇਂ ਕਿਵੇਂ ਬਿਨਾਂ ਦੱਸੇ ਉੱਥੇ ਪਹੁੰਚ ਜਾਂਦੀਆਂ ਨੇ, ਤੇ ਪਹਿਲਾ ਮੌਕਾ ਹੁੰਦਾ ਜਦੋਂ ਇਹਨਾਂ ਨੂੰ ਉੱਥੇ ਉਹ ਟ੍ਰੀਟਮੈਂਟ ਨਹੀਂ ਮਿਲਦਾ ਹੈਗਾ ਐਲੀਟ ਕਲਾਸ ਵਾਲਾ, ਜਿਹੜਾ ਉਹ ਸ਼ਹਿਰ ਵਸਾਇਆ ਹੁੰਦਾ ਉੱਥੇ ਜਗ੍ਹਾ ਨਹੀਂ ਦਿੱਤੀ ਜਾਂਦੀ। ਤੇ ਨਾਲ ਦੀ ਨਾਲ ਜਿਹੜੀ ਸੋਫੀਆ ਨੂੰ ਵਿਸ਼ੇਸ਼ ਤੌਰ ਤੇ ਕਿ ਉੱਥੇ ਜਾ ਕੇ ਪਹਿਲਾਂ ਜਿਵੇਂ ਡਾਕਟਰ ਮਹਿੰਦਰ ਸਿੰਘ ਹੋਰਾਂ ਨੇ ਗੱਲ ਕਰ ਹੀ ਦਿੱਤੀ ਆ ਕਿ ਭਾਰਤ ਦੀ ਲੋਕਾਂ ਦੀ ਗਰੀਬੀ ਦਾ ਤੇ ਉਹਨਾਂ ਦੀ ਮਜਬੂਰੀਆਂ ਦਾ ਸ਼ਿੱਦਤ ਨਾਲ ਅਹਿਸਾਸ ਹੁੰਦਾ, ਤੇ ਨਾਲ ਦੀ ਨਾਲ ਇਹ ਵੀ ਪਤਾ ਲੱਗਦਾ ਕਿ ਉਹ ਅਸਲ ਦੇ ਵਿੱਚ ਕੌਣ ਸੀ, ਕਿ ਜਿਹੜਾ ਵੀ ਕਿੰਨਾ ਕੁਛ ਸੀ ਉਹਨਾਂ ਕੋਲ, ਜਿਹੜਾ 2 ਪੀੜ੍ਹੀਆਂ ਦੇ ਫਰਕ ਨਾਲ ਜਿਹੜਾ ਉਹ ਗਵਾਚ ਗਿਆ। ਨਾਲ ਦੀ ਨਾਲ ਇਹ ਵੀ ਅਹਿਸਾਸ ਹੁੰਦਾ ਬਾਂਬਾ ਤੇ ਸੋਫੀਆ ਨੂੰ ਵਿਸ਼ੇਸ਼ ਤੌਰ ਤੇ ਕਿ ਇੱਥੇ ਵਾਲੇ ਅੰਗਰੇਜ਼ ਉਹ ਨਹੀਂ ਹੈਗੇ ਜਿਹੜੇ ਬਲੈਤ ਦੇ ਵਿੱਚ ਨੇ, ਜਿਹੜੇ ਉੱਥੇ ਇੰਗਲੈਂਡ ਦੇ ਵਿੱਚ ਨੇ ਉਹ ਤਾਂ ਆਪਦੇ ਆਪ ਨੂੰ ਬਹੁਤ ਨੈਤਿਕ ਕਹਿੰਦੇ ਆ ਤੇ ਬਹੁਤ ਆਪਦੇ ਨੂੰ ਚੰਗਾ ਸਿੱਧ ਕਰਦੇ ਆ, ਪਰ ਜਦੋਂ ਅਸਲ ਦੇ ਵਿੱਚ ਦੇਖਦੀ ਆ ਕਿ ਇਹ ਤਾਂ ਬਿਲਕੁਲ ਚੀਜ਼ ਹੋ ਰਿਹਾ, ਤਾਂ ਲੁਟੇਰੇ ਨੇ ਜਾਂ ਇਸ ਤਰ੍ਹਾਂ ਬਿਹੇਵ ਕਰਨ ਵਾਲੇ ਨੇ। ਤੇ ਇੱਕ ਜਿਹੜੀ ਗੱਲ ਹੋਰ ਧੁਰੰਦਰ ਤੱਕ ਬਦਲ ਦਿੰਦੀ ਆ, ਉਹ ਇਹ ਸੀ ਕਿ ਪੰਜਾਬ ਦੇ ਲੋਕ ਜਿੱਥੇ ਵੀ ਇਹ ਜਾਂਦੀਆਂ ਉਹਨਾਂ ਨੂੰ ਬੇਇੰਤਹਾ ਸਤਿਕਾਰ ਦਿੰਦੇ, ਕਿ ਜਦੋਂ ਕੋਈ ਇਹ ਦੱਸ ਦਿੰਦਾ ਕਿ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਪੋਤੀਆਂ ਨੇ, ਤਾਂ ਜਿਵੇਂ ਲੋਕਾਂ ਦੇ ਚਿਹਰਿਆਂ ਦੇ ਰੰਗ ਬਦਲ ਜਾਂਦੇ। ਹੁਣ ਦੋਵੇਂ ਨਾਵਲਕਾਰ ਇਸ ਅਹਿਸਾਸ ਨੂੰ ਜ਼ਿਕਰ ਦਿੰਦੇ ਨੇ, ਤੇ ਇਹ ਅਹਿਸਾਸ ਸੋਫੀਆ ਨੂੰ ਤਾਂ ਬਹੁਤ ਪੋਜ਼ਿਟਿਵਲੀ ਤੇ ਬਾਂਬਾ ਨੂੰ ਬਹੁਤ ਨੈਗੇਟਿਵਲੀ, ਕਿ ਬਾਂਬਾ ਦੇ ਅੰਦਰ ਜਿਹੜੀ ਨਫ਼ਰਤ ਆ ਉਹ ਬਹੁਤ ਜ਼ਿਆਦਾ ਤੀਬਰ ਹੋ ਜਾਂਦੀ ਆ। ਤੇ ਅਨੀਤਾ ਆਨੰਦ ਲਿਖਦੀ ਹੈ ਕਿ they were welcomed as daughters into the homes of complete strangers. For the first time in her life, the color of Sophia's skin made her part of a majority and not the visible outsider. ਤੇ ਇਸ ਗੱਲ ਦਾ ਅਹਿਸਾਸ ਕਿ ਹੋਰ ਜ਼ਿਆਦਾ ਹੁੰਦਾ ਕਿ ਜਦੋਂ ਕਿ ਉਹਨਾਂ ਦਾ ਕੀ ਨਾਤਾ ਪੰਜਾਬ ਨਾਲ,
ਜਦੋਂ ਇੱਕ ਭਰੀ ਸਭਾ ਦੇ ਵਿੱਚ ਜਿੱਥੇ ਗੋਪਾਲ ਕ੍ਰਿਸ਼ਨ ਗੋਖਲੇ ਤੇ ਲਾਲਾ ਲਾਜਪਤ ਰਾਏ ਸੰਬੋਧਿਤ ਕਰ ਰਹੇ ਸੀ ਤੇ ਇਹਨਾਂ ਨੂੰ ਸਟੇਜ ਤੇ ਬਿਠਾਇਆ ਗਿਆ ਸੀ। ਤੇ ਜਦੋਂ ਲਾਲਾ ਲਾਜਪਤ ਰਾਏ ਭਾਸ਼ਣ ਖਤਮ ਕਰਕੇ ਇਹਨਾਂ ਵੱਲ ਹੱਥ ਕਰਕੇ ਲੋਕਾਂ ਨੂੰ ਸੰਬੋਧਿਤ ਹੁੰਦੇ ਆ ਕਿ ਅਸੀਂ ਇਹਨਾਂ ਦਾ, ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਪੋਤੀਆਂ ਨੇ ਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹੁੰਦੇ ਆ, ਤਾਂ ਜਿਹੜਾ ਲੋਕਾਂ ਦਾ ਹੁੰਗਾਰਾ ਉਸ ਵੇਲੇ ਹੁੰਦਾ ਉਹ ਬੰਬਾ ਤੇ ਸੋਫੀਆ ਦੋਵਾਂ ਨੂੰ ਅਚੰਭਤ ਕਰ ਦਿੰਦਾ। ਤੇ ਜਿਵੇਂ ਇੱਕ ਮੂਮੈਂਟ ਉਹਨਾਂ ਦੇ ਅੰਦਰ ਹਮੇਸ਼ਾ ਲਈ ਫਰੀਜ਼ ਹੋ ਗਿਆ ਹੋਵੇ, ਹਮੇਸ਼ਾ ਲਈ ਬਸ ਗਿਆ ਹੋਵੇ, ਤੇ ਇਹ ਮੂਮੈਂਟ ਉਹਨਾਂ ਦੀ ਜ਼ਿੰਦਗੀ ਨੂੰ ਲਗਾਤਾਰ ਪ੍ਰਭਾਵਿਤ ਕਰਦਾ ਰਹਿੰਦਾ। ਤੇ ਸੋਫੀਆ ਦਾ ਤਾਂ ਵਿਸ਼ੇਸ਼ ਤੌਰ ਤੇ ਲਾਲਾ ਲਾਜਪਤ ਰਾਏ ਹੋਰਾਂ ਨਾਲ ਬਹੁਤ ਉਹਨਾਂ ਦੀ ਉਹ ਬਹੁਤ ਪ੍ਰਭਾਵਿਤ ਸੀ ਉਹਨਾਂ ਤੋਂ, ਤੇ ਉਹਦੇ ਕਾਰਨ ਬਾਇਆ ਲਾਲਾ ਲਾਜਪਤ ਰਾਏ ਵੀ ਆਪਣੇ ਜਿਹੜੇ ਪੁਰਖਿਆਂ ਦੀ ਧਰਤੀ ਨਾਲ ਨਾਤਾ ਹੋਰ ਪੱਕਾ ਹੁੰਦਾ। ਤੇ ਜਦੋਂ ਉਹਨੂੰ ਪਤਾ ਲੱਗਦਾ ਸੋਫੀਆ ਨੂੰ ਕਿ ਅੰਗਰੇਜ਼ਾਂ ਨੇ ਲਾਲਾ ਲਾਜਪਤ ਰਾਏ ਹੋਰਾਂ ਨੂੰ ਫੜ ਲਿਆ ਤੇ ਉਹਨਾਂ ਨੂੰ ਸਜ਼ਾ ਦੇਣ ਜਾ ਰਹੇ ਨੇ, ਤੇ ਉਹ ਬਹੁਤ ਔਖੀ ਭਾਸ਼ਾ, ਬਹੁਤ ਬੁਰੇ ਸ਼ਬਦਾਂ ਨਾਲ ਹਨਾ ਆਪਣੀ ਡਾਇਰੀ ਦੇ ਵਿੱਚ ਗੁੱਸਾ ਜਿਹੜਾ ਉਹ ਜ਼ਾਹਰ ਕਰਦੀ ਆ। ਸੋਫੀਆ ਦੇ ਪਰਸਨੈਲਿਟੀ ਬਾਰੇ ਖਾਸ ਆ ਕਿ ਉਹ ਦੋ ਜੀਵਨ ਸੁਧਾਰਮਾਂ ਦੇ ਵਿੱਚ, ਦੋ ਦੇਸ਼ਾਂ ਦੇ ਵਿੱਚ ਵਿਚਕਾਰ ਵਿਚਰਦੀ ਆ। ਉਸ ਦਾ ਬਰਤਾਨੀਆ ਨਾਲ ਨਾਤਾ ਹਮੇਸ਼ਾ ਨੇੜਲਾ ਬਣਿਆ ਰਹਿੰਦਾ, ਉਸ ਨੂੰ ਉੱਥੇ ਪਿਆਰ ਵੀ ਮਿਲਿਆ ਸੀ। ਇਸ ਤੋਂ ਵੀ ਵੱਡੀ ਗੱਲ ਕਿ ਉੱਥੋਂ ਦੀ ਜੰਮਪਲ ਸੀ ਤੇ ਉੱਥੋਂ ਦਾ ਸੱਭਿਆਚਾਰ ਉਸ ਦੇ ਅੰਦਰ ਰਸਿਆ ਵਸਿਆ ਸੀ। ਸੋਫੀਆ ਦੀਆਂ ਭਾਰਤ ਫੇਰੀਆਂ ਉਸ ਨੂੰ ਆਪਣੇ ਦਾਦੇ ਦੀ ਇਨਸਾਫ ਪਸੰਦਗੀ ਅਤੇ ਬਹਾਦਰੀ ਦੀਆਂ ਕਥਾਵਾਂ ਨਾਲ ਭਰ ਦਿੰਦੀਆਂ ਨੇ। ਇਹਨਾਂ ਕਥਾਵਾਂ ਦੇ ਅਹਿਸਾਸ ਸਦਕਾ ਸੋਫੀਆ ਅੰਦਰ ਕਿ ਭਾਰਤ ਆਉਣ ਤੋਂ ਬਾਅਦ ਇੱਕ ਅਸਲੋਂ ਨਵੀਂ ਪ੍ਰਤਿਭਾ ਜਨਮ ਲੈਂਦੀ ਹੈ ਕਿ ਜਦੋਂ ਤੁਸੀਂ ਆਪਣੀ ਵਿਰਸੇ ਦੇ ਨਾਲ ਜੁੜਦੇ ਹੋ ਤਾਂ ਤੁਸੀਂ ਬਦਲ ਜਾਂਦੇ ਹੋ। ਇਹ ਸੋਫੀਆ ਦੇ ਰਾਹੀਂ ਨਜ਼ਰ ਆਉਂਦਾ ਸਾਨੂੰ। ਤੇ ਉਸ ਅੰਦਰ ਬੇਇਨਸਾਫੀ ਨਾਲ ਲੜਨ ਤੇ ਮਾਸੂਮਾਂ ਸੰਗ ਖੜਨ ਦਾ ਮਾਦਾ ਪ੍ਰਵੇਸ਼ ਕਰ ਜਾਂਦਾ। ਤੇ ਫਿਰ ਇਹੀ ਜਜ਼ਬਾ ਜਿਹੜਾ ਉਸ ਨੂੰ, ਜਿਹੜੀ ਸਫਰਜੈਟ ਮੂਵਮੈਂਟ ਸੀ, ਨਾਵਲ 'ਚ ਪਤਾ ਨਹੀਂ ਉਹਨੂੰ ਕਿਉਂ ਸਫਰਾਜੈਟ ਕਿਹਾ ਗਿਆ, ਸਫਰਜੈਟ ਮੂਵਮੈਂਟ ਦਾ ਜਿਹੜੀ ਉਹ ਕਾਰਕੁਨ ਬਣ ਜਾਂਦੀ ਆ। ਔਰਤਾਂ ਲਈ ਵੋਟਾਂ ਦੇ ਹੱਕ ਨੂੰ ਲੈ ਕੇ ਲੜੀ ਲੜਾਈ ਵਿੱਚ ਸੋਫੀਆ ਬਹੁਤ ਸਰਗਰਮ ਭੂਮਿਕਾ ਅਦਾ ਕਰਦੀ ਆ। ਉਹ ਨਾ ਕੇਵਲ ਖੁਦ ਅੰਦੋਲਨ ਵਿੱਚ ਹਿੱਸਾ ਲੈਂਦੀ ਆ, ਅੰਦੋਲਨ ਲਈ ਫੰਡ ਇਕੱਠਾ ਕਰਦੀ ਆ ਤੇ ਆਪ ਵੀ ਜਿਹੜੀ ਆਪਦੇ ਨਿੱਜੀ ਪੈਸਿਆਂ ਚੋਂ ਉਸ ਮੂਵਮੈਂਟ ਲਈ ਪੈਸੇ ਦਿੰਦੀ ਆ। ਤੇ ਸੋਫੀਆ ਦੀ ਜ਼ਿੰਦਗੀ ਦਾ ਇੱਕ ਹੋਰ ਮਰਹਲਾ ਬਲੈਕ ਫਰਾਈਡੇ ਦੇ ਪਿਛੋਕੜ ਨਾਲ ਜੁੜਿਆ ਹੋਇਆ। ਇਹ ਗੱਲ 18 ਨਵੰਬਰ 1910 ਦੀ ਆ, ਜਦੋਂ ਵੋਟ ਦੇ ਅਧਿਕਾਰ ਲਈ ਕੁਝ ਨਾਮਚੀਨ ਔਰਤਾਂ ਨੇ ਹਾਊਸ ਆਫ ਕਾਮਨਸ ਅੱਗੇ ਪ੍ਰਦਰਸ਼ਨ ਦਾ ਫੈਸਲਾ ਕੀਤਾ ਸੀ। ਉਸ ਸਮੇਂ ਚਰਚਲ ਹੋਮ ਸੈਕਟਰੀ ਸੀ ਤੇ ਉਸਨੇ ਪੁਲਿਸ ਨੂੰ ਇਹ ਹੁਕਮ ਦਿੱਤਾ ਹੋਇਆ ਸੀ ਕਿ ਕਿਸੇ ਔਰਤ ਨੂੰ ਗ੍ਰਿਫਤਾਰ ਨਹੀਂ ਕਰਨਾ, ਪਰ ਨਾਲ ਦੀ ਨਾਲ ਪ੍ਰਧਾਨ ਮੰਤਰੀ ਦੇ ਨਜ਼ਦੀਕ ਵੀ ਨਹੀਂ ਆਉਣ ਦੇਣਾ। ਗ੍ਰਿਫਤਾਰ ਇਸ ਕਰਕੇ ਨਹੀਂ ਕਰਨਾ ਵੀ ਕੋਰਟ ਕੇਸਾਂ ਦੇ ਚੱਕਰ 'ਚ ਨਹੀਂ ਪੈਣਾ। ਉਸ ਦਿਨ ਔਰਤਾਂ ਤੇ ਬਹੁਤ ਜ਼ੁਲਮ ਹੋਇਆ। ਜ਼ੁਲਮ ਦੀ ਇੰਤਹਾ ਕਾਰਨ ਹੀ ਇਤਿਹਾਸ ਇਸ ਦਿਨ ਨੂੰ ਬਲੈਕ ਫਰਾਈਡੇ ਨਾਲ ਯਾਦ ਕਰਦਾ। ਸੋਫੀਆ ਉਸ ਦਿਨ ਜਦੋਂ ਜ਼ੁਲਮ ਕਰ ਰਹੇ ਹੁੰਦੇ ਨੇ, ਇੱਕ ਔਰਤ ਤੇ ਜ਼ੁਲਮ ਦੇਖਦੀ ਹੈ ਤੇ ਆਪ ਜਾ ਕੇ ਉਸ ਸਿਪਾਹੀ ਨੂੰ ਸੰਬੋਧਿਤ ਹੁੰਦੀ ਹੈ ਤੇ ਬਹੁਤ ਜੁਰਤ ਨਾਲ ਉਹਨੂੰ ਰੋਕਦੀ ਆ। ਤੇ ਉਹ ਜਦੋਂ ਚਲੇ ਜਾਂਦਾ ਉਹਦੇ ਪਿੱਛੇ ਜਾਂਦੀ ਆ ਇਹ ਦੇਖਣ ਲਈ ਕਿ ਮੈਂ ਇਹਨੂੰ ਛੱਡੂਗੀ ਨਹੀਂ ਜੋ ਇਹਨੇ ਕੀਤਾ, ਤੇ ਉਹਦੀ ਆਇਡੈਂਟੀਟੀ ਪਛਾਣਨੀ ਹੁੰਦੀ ਆ। ਤੇ ਪਿੱਛੇ ਜਾ ਕੇ ਪਤਾ ਕਰਦੀ ਆ ਤੇ ਉਹਨੂੰ ਪਤਾ ਲੱਗਦਾ ਕਿ ਇਹਦਾ ਨੰਬਰ V700 ਆ। ਤੇ ਫਿਰ ਉਸ ਸਿਪਾਹੀ ਦੇ ਖਿਲਾਫ ਉਹ ਸ਼ਿਕਾਇਤ ਦਰਜ ਕਰਵਾਉਂਦੀ ਆ। ਇਹਦੇ ਨਾਲ ਹੁੰਦਾ ਇਹ ਆ ਕਿ ਜਿਹੜਾ ਜ਼ੁਲਮ ਦਾ ਮੁੱਦਾ ਉਹ ਮੁੱਦਾ ਬਣਿਆ ਰਹਿੰਦਾ ਤੇ ਉਹ ਪਿੱਛੇ ਧੱਕਣਾ ਉਹਨੂੰ ਮੁਸ਼ਕਲ ਹੋ ਜਾਂਦਾ। ਇਸ ਤੋਂ ਬਿਨਾਂ ਜਿਹੜੀ ਟੈਕਸ ਦੇਣ ਦੇ ਖਿਲਾਫ 1909 ਵਿੱਚ ਇੱਕ ਨਵੀਂ ਸਫਰਜੈਟ ਸੰਸਥਾ ਬਣੀ ਸੀ, ਉਹਦੇ ਵਿੱਚ ਵੀ ਹਿੱਸੇਦਾਰ ਬਣਦੀ ਆ। ਤੇ ਇਸ ਮੂਵਮੈਂਟ ਦਾ ਸੀ ਉਦੇਸ਼ ਕਿ ਅਸੀਂ ਟੈਕਸ ਨਹੀਂ ਦੇਣਾ। ਤੇ ਤਰਕ ਇਹ ਸੀ ਕਿ ਜੇ ਅਸੀਂ ਵੋਟ ਦੇਣ ਦੇ ਲਾਇਕ ਨਹੀਂ ਹੈਗੀਆਂ ਤਾਂ ਅਸੀਂ ਟੈਕਸ ਦੇਣ ਦੇ ਕਿਵੇਂ ਲਾਇਕ ਹੋਈਆਂ। ਤੇ ਸੋਫੀਆ ਟੈਕਸ ਦੇਣ ਤੋਂ ਇਨਕਾਰੀ ਹੁੰਦੀ ਹੈ। ਇਸੇ ਤਰ੍ਹਾਂ ਸੋਫੀਆ ਔਰਤ ਦੇ ਵੋਟਾਂ ਦੇ ਹੱਕ ਖਾਤਰ ਨੋ ਵੋਟ ਨੋ ਸੈਂਸਸ ਲਹਿਰ ਦਾ ਵੀ ਹਿੱਸਾ ਬਣਦੀ ਆ। ਤੇ ਸੋਫੀਆ ਦੀ ਔਰਤ ਅਧਿਕਾਰਾਂ ਖਾਤਰ ਲੜਾਈ ਦਾ ਇੱਕ ਪਹਿਲੂ ਇਹ ਵੀ ਆ ਕਿ ਉਸ ਦੀ ਮੌਜੂਦਗੀ ਨਾਲ, ਇਹ ਬੜਾ ਇੰਪੋਰਟੈਂਟ ਪੁਆਇੰਟ ਆ, ਕਿ ਉਸ ਦੀ ਮੌਜੂਦਗੀ ਨਾਲ ਉੱਥੋਂ ਦੀ ਸਰਕਾਰ ਨੂੰ ਖਾਸ ਸ਼ਰਮਿੰਦਗੀ ਸਹਿਣੀ ਪੈਂਦੀ ਹੈ। ਸੋਫੀਆ ਕਿਉਂਕਿ ਮਹਾਰਾਣੀ ਵਿਕਟੋਰੀਆ ਦੀ ਧਰਮਧੀ ਸੀ, ਉਹ ਰਾਜਕੁਮਾਰੀ ਸੀ, ਇਸ ਕਾਰਨ ਉਸ ਨਾਲ ਕੁਝ ਵੱਖਰਾ ਵਰਤਾਵ ਸਟੇਟ ਜ਼ਰੂਰ ਕਰਦੀ ਸੀ, ਪਰ ਸਟੇਟ ਨਾਲ ਨਾਤੇਦਾਰੀ ਦੇ ਬਾਵਜੂਦ ਸਟੇਟ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਇਹ ਸਟੇਟ ਨੂੰ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਸੀ। ਤੇ ਸੋਫੀਆ ਨੂੰ ਇਸ ਗੱਲ ਦਾ ਪਤਾ ਸੀ ਤੇ ਇਸ ਗੱਲ ਨੂੰ ਯੂਜ਼ ਕਰਦੀ ਸੀ। ਸੋਫੀਆ ਦੀ ਔਰਤਾਂ ਲਈ ਵੋਟ ਦੇ ਅਧਿਕਾਰ ਨੂੰ ਲੈ ਕੇ ਲੜਾਈ ਪ੍ਰਤੀਬੱਧਤਾ ਦੀ ਇੱਕ ਹੋਰ ਰੌਚਕ ਮਿਸਾਲ ਵੀ ਆ। ਜਦੋਂ ਉਹਦੇ ਆਖਰੀ ਸਮਾਂ ਆ ਜਾਂਦਾ ਤਾਂ ਉਹ ਆਪਣੀ ਜਿਹੜੀ ਗੋਡ ਡਾਟਰ ਸੀ ਡਰੋਬਨਾ, ਉਹਦੇ ਤੋਂ ਇਹ ਵਾਅਦਾ ਲੈਂਦੀ ਹੈ ਕਿ ਮੇਰੀ ਤੂੰ ਇੱਕ ਗੱਲ ਮੰਨੀ ਕਿ ਸਾਰੀ ਉਮਰ ਜਦੋਂ ਵੋਟ ਪੈਣ ਦਾ ਮੌਕਾ ਆਊਗਾ ਤੂੰ ਆਪਣੇ ਵੋਟ ਦੇ ਹੱਕ ਦੀ ਜ਼ਰੂਰ ਵਰਤੋਂ ਕਰਨੀ ਹੈ। ਤੇ ਡਰੋਬਨਾ ਕਹਿੰਦੀ ਹੈ ਤੇ ਫਿਰ ਮੈਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਮੈਂ ਇਸ ਤਰ੍ਹਾਂ ਨਾ ਕੀਤਾ ਹੋਵੇ।
ਤੇ ਸੋਫੀਆ ਦੇ ਮਾਮਲੇ 'ਚ ਇੱਕ ਇਹ ਸਵਾਲ ਵੀ ਉੱਠਦਾ ਰਿਹਾ ਕਿ ਕੀ ਉਸਦੀ ਜ਼ਿੰਦਗੀ 'ਚ ਕੋਈ ਮਰਦ ਆਇਆ ਸੀ? ਕਿ ਉਸਦਾ ਕੋਈ ਆਕਰਸ਼ਣ ਸੀ? ਤਾਂ ਇੱਕੋ ਹੀ ਬੰਦੇ ਦਾ ਜ਼ਿਕਰ ਮਿਲਦਾ, ਉਹ ਆਪਣੀ ਡਾਇਰੀ ਵਿੱਚ ਜ਼ਿਕਰ ਕਰਦੀ ਆ। ਦੋਵੇਂ ਇਹਨਾਂ ਨਾਵਲਾਂ ਵਿੱਚ ਵੀ ਕੀਤਾ, ਉਹਦੀ ਕਿਤਾਬ ਵਿੱਚ ਹੀ ਤੇ ਇਸ ਨਾਵਲ 'ਚ ਵੀ ਕੀਤਾ ਗਿਆ। ਉਸ ਬੰਦੇ ਨੂੰ ਮੈਡਮੈਨ ਦੇ ਨਾਲ ਸੰਬੋਧਿਤ ਕਰਦੀ ਆ ਤੇ ਇਹ ਬੰਦਾ ਜਿਹੜਾ ਉਸਨੂੰ ਸਮੁੰਦਰੀ ਜਹਾਜ਼ ਉੱਪਰ ਮਿਲਿਆ ਸੀ ਜਦੋਂ ਭਾਰਤ ਆ ਰਹੀ ਸੀ। ਤੇ ਪਹਿਲਾਂ ਉਹਨੂੰ ਖਿਝ ਆਉਂਦੀ ਹੈ, ਫਿਰ ਉਹ ਸਾਥ ਨੂੰ ਮੰਨਣ ਲੱਗਦੀ ਆ ਤੇ ਕੁਝ ਕੁ ਦਿਨਾਂ ਦੇ ਇਸ ਸਾਥ ਦੇ ਅਹਿਸਾਸ ਦਾ ਜ਼ਿਕਰ ਉਸਦੀ ਡਾਇਰੀ ਵਿੱਚ ਵਿਸ਼ੇਸ਼ ਤੌਰ ਤੇ ਕੀਤਾ ਗਿਆ ਤੇ ਇਹ ਜ਼ਿਕਰ ਇਹ ਚਿੰਨ੍ਹਿਤ ਕਰਦਾ ਕਿ ਉਹਦੇ ਅੰਦਰ ਵੀ ਕਿਸੇ ਦੇ ਸਾਥ ਦੀ ਤਾਂਘ ਸੀ, ਪਰ ਜਿਹੜਾ ਉਹਨੂੰ ਕਦੇ ਮਿਲ ਨਾ ਸਕਿਆ ਉਹ ਸਾਥ। ਤੇ ਕੁਝ ਹੋਰ ਛੋਟੀਆਂ ਗੱਲਾਂ ਨੇ ਸੋਫੀਆ ਦੇ ਜੀਵਨ ਬਾਰੇ, ਫਿਰ ਮੈਂ ਖਤਮ ਕਰੂੰਗਾ ਕਿ ਸੋਫੀਆ ਪਹਿਲੀਆਂ ਉਹਨਾਂ ਕੁਝ ਔਰਤਾਂ ਵਿੱਚੋਂ ਸੀ ਜਿਨ੍ਹਾਂ ਨੇ ਸਾਈਕਲ ਚਲਾਉਣ ਦੀ ਪਹਿਲ ਕੀਤੀ। ਉਸ ਵਕਤ ਔਰਤਾਂ ਦੁਆਰਾ ਸਾਈਕਲ ਚਲਾਉਣਾ ਔਰਤ ਦੀਆਂ ਤੈਅਸ਼ੁਦਾ ਭੂਮਿਕਾਵਾਂ ਨੂੰ ਚੁਣੌਤੀ ਦੇਣਾ ਸੀ। ਔਰਤ ਅਤੇ ਸਾਈਕਲ ਦੀ ਹਮਜੋਲਗੀ ਉਸ ਵਕਤ ਨਾਰੀਵਾਦੀ ਗੱਲ ਸੀ ਤੇ ਸੋਫੀਆ ਇਸ ਦੀ ਆਗੂ ਸੀ। ਸੋਫੀਆ ਨੂੰ ਜਾਨਵਰਾਂ ਨਾਲ ਡਾਢਾ ਮੋਹ ਸੀ। ਉਸ ਨੂੰ ਕੁੱਤੇ ਅਤੇ ਘੋੜੇ ਤਾਂ ਬੇਹੱਦ ਪਿਆਰੇ ਸਨ। ਜੋ ਨਾਂ ਦਾ ਕੁੱਤਾ ਤਾਂ ਉਸ ਨੂੰ ਬਹੁਤ ਹੀ ਪਿਆਰਾ ਰਿਹਾ। ਉਸ ਦਾ ਜਾਨਵਰਾਂ ਨਾਲ ਮੋਹ ਇੱਕ ਪਾਸੇ ਉਸ ਅੰਦਰ ਮੌਜੂਦ ਨਿੱਘ ਨੂੰ ਚਿੰਨ੍ਹਿਤ ਕਰਦਾ ਤੇ ਦੂਜੇ ਪਾਸੇ ਉਸ ਦੇ ਦਾਨਾ ਪੁੜੇ ਨੂੰ। ਉਸ ਨੂੰ ਆਪਣੀਆਂ ਸੇਵਕਾਵਾਂ ਮੁਲਾਜ਼ਮਾਂ ਨਾਲ ਵੀ ਡਾਢਾ ਮੋਹ ਸੀ। ਕੁਝ ਨਾਲ ਬਹੁਤ ਹੀ ਗਹਿਰਾ ਰਿਸ਼ਤਾ ਸੀ। ਇਸ ਦੀ ਇੱਕ ਮਿਸਾਲ ਉਸ ਦੇ ਅਤੇ ਉਸਦੀ ਜਿਹੜੀ ਸੇਵਿਕਾ ਸੀ ਇੱਕ ਬੋਸੀ ਦੇ ਰਿਸ਼ਤੇ ਵਿੱਚੋਂ ਵੀ ਮਿਲਦਾ ਤੇ ਬੋਸੀ ਦੇ ਬੱਚਾ ਹੀ ਸੀ ਡਰੋਬਨਾ, ਜਿਹਨੂੰ ਉਹ ਫਿਰ ਗੋਦ ਲੈਂਦੀ ਹੈ ਤੇ ਜਦੋਂ ਉਹਦੀ ਜਿਹੜੀ ਵਸੀਅਤ ਆ ਉਹਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਡਰੋਬਨਾ ਦੇ ਨਾਂ ਕੀਤਾ ਗਿਆ ਸੀ। ਤੇ ਡਰੋਬਨਾ ਨਾਲ ਰਿਸ਼ਤਾ ਉਸ ਅੰਦਰ ਬਸੀ ਮਮਤਾ ਦੀ ਭਰਪੂਰ ਗਵਾਹੀ ਆ। ਇਹ ਗਵਾਹੀ ਉਸਦੀ ਤਰਾਸਦੀ ਦੀ ਵੀ ਗਵਾਹ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਨਸੀਬ ਹੋਈ ਉਸ ਵਿੱਚ ਪਰਿਵਾਰ ਦੀ ਖੁਸ਼ੀ ਸ਼ਾਮਲ ਨਹੀਂ ਸੀ, ਭਾਵੇਂ ਕਿ ਹੋਰ ਬਹੁਤ ਕੁਛ ਉਹਨੇ ਮਾਣ ਮੱਤਾ ਕੀਤਾ, ਆਪਣੀ ਜ਼ਿੰਦਗੀ ਨੂੰ ਇੰਜੋਏ ਵੀ ਕੀਤਾ, ਪਰ ਇਹ ਇੱਕ ਪੱਖ ਜਿਹੜਾ ਉਹਨੂੰ ਦਲੀਪ ਸਿੰਘ ਦਾ ਪਰਿਵਾਰ ਹੋਣ ਕਰਕੇ ਮਿਲਿਆ, ਇਹ ਉਹਦੀ ਟ੍ਰੈਜਡੀ ਬਣਿਆ। ਉਹ ਕਾਫੀ ਛੋਟੀ ਸੀ ਬਾਕੀਆਂ ਨਾਲੋਂ, ਪਰ ਉਹਨੇ ਆਪਣੇ ਭਰਾਵਾਂ ਦਾ ਬਹੁਤ ਖਿਆਲ ਰੱਖਿਆ। ਬਾਂਬਾ ਦਾ ਬਹੁਤ ਅੱਖੜ ਤੇ ਗਸੈਲ ਸੁਭਾਅ ਸੀ, ਉਹਦੇ ਨਾਲ ਵੀ ਉਹਨੇ ਨੇਲਾ ਨਾਤਾ ਬਣਾਈ ਰੱਖਿਆ। ਪੋਲੀਨ ਦੇ ਨਾਲ ਵੀ ਉਹ ਵਿਚਰਦੀ ਰਹੀ। ਜਦੋਂ ਇੱਕ ਵਾਰ ਬਾਂਬਾ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਕਿ ਉਹਨੂੰ ਕੋਈ ਮਾਰਨ ਨੂੰ ਫਿਰਦਾ ਤੇ ਉਹ ਇਹਨੂੰ ਚਿੱਠੀ ਲਿਖ ਦਿੰਦੀ ਆ ਸੋਫੀਆ ਨੂੰ, ਤੇ ਸੋਫੀਆ ਤੁਰੰਤ ਸਭ ਕੁਝ ਛੱਡ ਛਡਾ ਕੇ ਇੰਡੀਆ ਲਈ ਰਵਾਨਾ ਹੋ ਜਾਂਦੀ ਆ। ਤੇ ਸੋਫੀਆ ਦੀ ਮੌਤ 22 ਅਗਸਤ 1948 ਨੂੰ ਹੁੰਦੀ ਹੈ ਤੇ ਅਨੀਤਾ ਆਨੰਦ ਲਿਖਦੀ ਹੈ ਕਿ ਸੋਫੀਆ ਡਾਈਡ ਪੀਸਫੁਲੀ ਇਨ ਹਰ ਸਲੀਪ। ਸ਼ੀ ਵਾਜ਼ 71 year old. ਬੋਸੀ ਵਾਜ਼ ਵਿਦ ਹਰ ਐਟ ਦਾ ਐਂਡ। ਸੋਫੀਆ ਦੀ ਵਸੀਅਤ ਦੀ ਚਰਚਾ ਤੋਂ ਬਿਨਾਂ ਅਧੂਰੀ ਹੈ। ਇਹ ਬਹੁਤ ਇੰਟਰਸਟਿੰਗ ਹੈ। ਸੋਫੀਆ ਬੇਸ਼ੱਕ ਤਮਾਮ ਉਮਰ ਚਰਚ ਜਾਣ ਵਾਲੀ ਕ੍ਰਿਸਚੀਅਨ ਰਹੀ, ਪਰ ਇਸ ਦੇ ਬਾਵਜੂਦ ਉਸਨੇ ਇੱਛਾ ਜ਼ਾਹਰ ਕੀਤੀ ਕਿ ਉਸਦਾ ਸੰਸਕਾਰ ਸਿੱਖ ਰਵਾਇਤਾਂ ਨਾਲ ਕੀਤਾ ਜਾਵੇ ਅਤੇ ਉਸਦੀਆਂ ਐਸ਼ਜ਼ ਨੂੰ ਭਾਰਤ ਵਿੱਚ ਖੰਡਾਇਆ ਜਾਵੇ। ਇੱਕ ਗੱਲ ਹੋਰ ਵੀ ਕਿ ਉਹਨੇ 3 ਸਕੂਲਾਂ ਨੂੰ ਪੈਸੇ ਦਿੱਤੇ ਤੇ 3 ਭਾਰਤੀ ਸਕੂਲਾਂ ਨੂੰ, ਤੇ ਤਿੰਨੇ ਸਕੂਲ ਲੜਕੀਆਂ ਦੇ ਸੀ ਤੇ ਉਹਨਾਂ ਵਿੱਚ ਇੱਕ ਸਕੂਲ ਹਿੰਦੂ ਸੀ, ਹਿੰਦੂਆਂ ਦੀ ਮੈਨੇਜਮੈਂਟ ਨਾਲ ਸੰਬੰਧਿਤ ਸੀ, ਦੂਸਰਾ ਸਿੱਖ ਭਾਈਚਾਰੇ ਨਾਲ ਸੀ ਤੇ ਤੀਸਰਾ ਮੁਸਲਮਾਨ ਨਾਲ ਸੰਬੰਧਿਤ ਸੀ। ਤੇ ਇਹ ਵੀ ਇੱਕ ਗੱਲ ਹੈ ਕਿ ਉਹਨੇ ਕਿਵੇਂ, ਇਹ ਉਹ ਮੌਕਾ ਸੀ ਜਦੋਂ ਪਾਰਟੀਸ਼ਨ ਦਾ ਰੌਲਾ ਗੋਲਾ ਸੀ ਤੇ ਬਹੁਤ ਧਰਮ ਆਧਾਰਿਤ ਵੰਡ ਪੱਕੀ ਹੋ ਚੁੱਕੀ ਸੀ ਤੇ ਉਹ ਸਾਰੇ ਧਰਮਾਂ ਨੂੰ ਇਸ ਤਰ੍ਹਾਂ ਬਰਾਬਰ ਦੇਖਦੀ ਹੈ ਤੇ ਬਖਰੇਵਾਂ ਨਹੀਂ ਕਰਦੀ ਹੈਗੀ। ਤੇ ਸ਼ਾਇਦ ਸਾਰੇ ਧਰਮਾਂ ਨੂੰ ਸਮਾਨ ਸਮਝਣ ਦੀ ਗੱਲ ਉਸਦੇ ਦਾਦੇ ਮਹਾਰਾਜਾ ਰਣਜੀਤ ਸਿੰਘ ਰਾਹੀਂ ਉਸ ਤੱਕ ਸਫ਼ਰ ਕਰ ਗਈ ਸੀ। ਸੋਫੀਆ ਦਲੀਪ ਸਿੰਘ ਮੇਰੀ ਜਾਚੇ, ਜੇ ਮੈਂ ਕੁੱਲ ਮਿਲਾ ਕੇ ਕਹਿਣਾ ਹੋਵੇ ਕਿ ਸੋਫੀਆ ਦਲੀਪ ਸਿੰਘ ਇਤਿਹਾਸ ਦਾ ਇੱਕ ਪਾਤਰ ਮਾਤਰ ਨਹੀਂ, ਸਗੋਂ ਸਮਕਾਲੀ ਸਮਿਆਂ ਦੇ ਪ੍ਰਸੰਗ ਵਿੱਚ ਉਹ ਇੱਕ ਸਿੰਬਲ ਹੈ, ਪ੍ਰਤੀਕ ਹੈ। ਇਹ ਪ੍ਰਤੀਕ ਵਿਸ਼ੇਸ਼ ਰੂਪ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਤੀਜੀ ਪੀੜ੍ਹੀ ਦੀ ਹੋਂਦ ਅਤੇ ਹੋਣੀ ਨੂੰ ਚਿੰਨ੍ਹਿਤ ਕਰਦਾ ਹੈ। ਇਹ ਉਹਨਾਂ ਦੇ ਆਪਣੀਆਂ ਜੜ੍ਹਾਂ ਨਾਲ ਖਤਮ ਹੁੰਦੇ, ਫਿਰ ਬਣਦੇ ਅਤੇ ਫਿਰ ਟੁੱਟਦੇ ਰਿਸ਼ਤੇ ਨੂੰ ਪ੍ਰਤੀਬਿੰਬਤ ਕਰਦਾ ਹੈ। ਸੋਫੀਆ ਰਾਸ਼ਟਰਵਾਦ ਦੇ ਸਮਿਆਂ ਵਿੱਚ ਰਾਸ਼ਟਰਵਾਦ ਤੋਂ ਪਾਰ ਵਿਚਰਦੀ ਹੋਂਦ ਸੀ। ਉਹ ਬਲੈਤ ਦੀ ਜੰਮਪਲ ਅਤੇ ਨਾਗਰਿਕ ਸੀ, ਪਰ ਉਸਦੀਆਂ ਜੜ੍ਹਾਂ ਪੰਜਾਬ ਵਿੱਚ ਸਨ। ਉਸਦੀ ਬਰਤਾਨੀਆ ਨਾਲ ਵੀ ਮੁਹੱਬਤ ਸੀ ਅਤੇ ਪੰਜਾਬ ਤਾਂ ਉਸਦੀ ਤਾਕਤ ਦਾ ਸਰੋਤ ਸੀ। ਸੋਫੀਆ ਦਲੀਪ ਸਿੰਘ ਦਾ ਸਾਡੇ ਨਾਲ ਰਿਸ਼ਤਾ ਇੱਕ ਪਾਸੇ ਸਾਡੀ ਆਪਣੇ ਵਿਰਸੇ ਨਾਲ ਸਾਂਝ ਪਾਉਂਦਾ ਹੈ ਅਤੇ ਦੂਜੇ ਪਾਸੇ ਸਮਕਾਲ ਦੇ ਸੰਦਰਭ ਵਿੱਚ ਵਿਰਸੇ ਦੀਆਂ ਜਿਹੜੀਆਂ ਵਿਸੰਗਤੀਆਂ ਨੇ ਉਹ ਉਭਾਰਤਾ। ਸ਼ੁਕਰੀਆ ਜੀ।